तू मुझे नवाजे, तेरा कर्म है वरना तेरी रहमतों का बदला मेरी बंदगी नहीं। काशी टीवी देखने वाले सारे व्यूअर्स ਨੂੰ ਮੇਰੇ ਬਲਬੀਰ ਕੌਰ ਵੱਲੋਂ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਜਿੱਥੇ ਕਿਤੇ ਵੀ ਤੁਸੀਂ ਕਾਸ਼ੀ ਟੀਵੀ ਦੇਖ ਰਹੇ ਹੋ, ਤੁਹਾਡਾ ਨਿੱਘਾ ਜਿਹਾ ਸਵਾਗਤ ਹੈ ਹੈਲਥ ਟਾਕ ਸ਼ੋ ਵਿਦ ਬਲਬੀਰ ਕੌਰ ਦੇ ਵਿੱਚ। ਦੋਸਤੋ, ਅੱਜ ਦੇ ਟਾਕ ਸ਼ੋ ਵਿੱਚ ਮੈਂ ਲੈ ਕੇ ਆਈ ਹਾਂ ਨਿੱਕੀ, ਜੋ ਪਹਿਲੇ ਵੀ ਆ ਚੁੱਕੇ ਨੇ, ਸਾਨੂੰ ਕਾਫੀ ਐਡਵਾਈਸ ਦਿੰਦੇ ਆ ਬਿਊਟੀ, ਹੈਲਥ ਐਂਡ ਬਿਊਟੀ ਦੇ ਬਾਰੇ। ਸੋ ਅੱਜ ਦਾ ਜਿਹੜਾ ਸਾਡਾ ਮੇਨ ਟੌਪਿਕ ਰਹੇਗਾ all about skin care। सो मेनली स्किन केयर कह लो भी समर ਦੇ ਵਿੱਚ ਜਦੋਂ ਅਸੀਂ ਹੌਲੀਡੇਜ਼ ਜਾਂਦੇ ਆ, ਕਿਸ ਤਰੀਕੇ ਦੇ ਨਾਲ ਸਾਨੂੰ ਦੇਖਭਾਲ ਆਪਣੀ ਕਰਨੀ ਚਾਹੀਦੀ ਹੈ, ਕੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸੋ ਅੱਜ ਦਾ ਜਿਹੜਾ ਮੇਨ ਟੌਪਿਕ ਰਹੇਗਾ ਹੈਲਥ ਸ਼ੋ ਦੇ ਵਿੱਚ, ਉਹ ਰਹੇਗਾ ਸਮਰ ਹੈਲਥ ਇਨ ਮੇਨਲੀ ਇਨ ਟੋਕਿੰਗ ਸ਼ੋ ਸਾਡੇ ਦੇ ਵਿੱਚ। ਸੋ ਜਾਣਾਂਗੇ ਨਿੱਕੀ ਕੋਲੋਂ ਕਿ ਉਹ ਕਿਸ ਤਰੀਕੇ ਦੇ ਨਾਲ ਆਪਣੀ ਲੁੱਕ ਆਫਟਰ ਕਰਦੇ ਤੇ ਸਾਡੇ ਵਿਊਅਰਸ ਲਈ ਕੀ ਇਨਫੋਰਮੇਸ਼ਨ ਲੈ ਕੇ ਆਏ ਨੇ ਸਮਰ ਦੇ ਵਿੱਚ, ਕੀ ਸਾਨੂੰ ਕਰਨਾ ਚਾਹੀਦਾ। ਸੋ ਮੇਨ ਟੌਪਿਕ ਸਮਰ ਹੈਲਥ। ਨਿੱਕੀ ਕੋਲੋਂ ਜਾਣਦੇ ਹਾਂ ਕੁਝ ਹੋਰ ਇਨਫੋਰਮੇਸ਼ਨ ਅਬਾਊਟ ਦੈਟ। ਨਿੱਕੀ, ਵੈਲਕਮ ਟੂ ਕਾਸ਼ੀ ਟੀਵੀ। ਥੈਂਕ ਯੂ ਤੁਹਾਨੂੰ ਸਾਰਿਆਂ ਨੂੰ, ਦੁਬਾਰਾ ਮੈਨੂੰ ਇੱਥੇ ਇੰਨਾ ਕੁ ਜੁਗਾ ਸਮਝ ਕੇ ਦੁਬਾਰਾ ਇਨਵਾਈਟ ਕੀਤਾ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸੋ ਅੱਜ ਆਪਾਂ ਗੱਲ ਕਰਾਂਗੇ ਸਮਰ ਦੇ ਬਾਰੇ, skin protection, clothing, holidays. So lots we're going to talk about today. ਅੱਜ ਤੇ ਮੈਂ ਆਪਣੇ words ਜਿਹੜੇ ਸੀ, I'm losing my word because you're looking so beautiful. Thank you, that's a compliment. All sparkling, very nice, and I was losing my word। ਮੈਂ ਕਿਹਾ ਨਿੱਕੀ ਇੰਨੀ ਸੋਹਣੀ ਲੱਗ ਰਹੀ ਹੈ, so I have to praise you। Thank you so much। ਨਿੱਕੀ, ਜਦੋਂ ਅਸੀਂ ਸਮਰ ਦੇ ਬਾਰੇ ਗੱਲ ਕਰਦੇ ਹਾਂ, ਟੁਡੇ ਸਾਡਾ ਮੇਨ ਟੌਪਿਕ ਹੈ ਹੈਲਥ ਕੇਅਰ ਫॉर ਸਮਰ, ਹੈ ਨਾ। ਸਮਰ ਦੇ ਵਿੱਚ ਕਾਫੀ ਚੀਜ਼ਾਂ, ਹੁਣ ਜੁਲਾਈ ਟਾਈਮ ਜਿਹੜਾ ਹੈਗਾ ਕਾਫੀ ਐਡਵਾਂਸ ਟਾਈਮ ਹੁੰਦਾ ਜਦੋਂ ਕਿ ਸਨ ਰੇਜ਼ ਕਾਫੀ ਹੁੰਦੇ ਨੇ, ਐਂਡ ਵੀ ਗੋਇੰਗ ਔਨ ਹੌਲੀਡੇ, ਦੇਰ ਇਜ਼ ਲੋਟਸ ਆਫ ਥਿੰਗਸ ਹੈਪਨਿੰਗ। ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਨੇ, ਐਂਡ ਵੀ ਫੋਰਗੇਟ ਅਬਾਊਟ ਹਾਊ ਟੂ ਟੇਕ ਕੇਅਰ ਆਫ ਆਵਰ ਸੈਲਫ। ਕਾਫੀ ਜਿਹੜੀ ਹੁੰਦੀ ਹੈ ਸਾਡੀ ਡੀਹਾਈਡਰੇਸ਼ਨ ਹੋ ਜਾਂਦੀ ਹੈ, ਸਕਿਨ ਜਿਹੜੀ ਹੈ ਸਾਡੀ ਕਾਫੀ ਓਲਡ ਏਜ ਲੱਗਣ ਲੱਗ ਜਾਂਦੀ ਹੈ, ਸਪੈਸ਼ਲੀ ਇਨ ਸਮਰ ਬਿਕੋਜ਼ ਵੀ ਡੋਂਟ ਟੇਕ ਕੇਅਰ, ਐਂਡ ਉਹਦੇ ਵਿੱਚ ਜ਼ਿਆਦਾ ਖਤਰਾ ਸਾਨੂੰ ਹੁੰਦਾ ਯੂਵੀ ਰੇਜ਼ ਵਗੈਰਾ ਜਿਹੜੀਆਂ ਹੁੰਦੀਆਂ ਉਹਨਾਂ ਤੋਂ। ਬਟ ਸਟਾਰਟ ਕਰਾਂਗੇ ਵੀ ਕੀ ਸਾਨੂੰ ਧਿਆਨ ਰੱਖਣਾ ਚਾਹੀਦਾ ਸਮਰ ਦੇ ਵਿੱਚ ਜਦੋਂ ਸਟਾਰਟ ਹੋਣ ਤੋਂ ਪਹਿਲਾਂ, ਐਜ਼ ਜੁਲਾਈ ਇਜ਼ ਕਮਿੰਗ। ਸੋ ਕੀ ਗੱਲਾਂ ਹੈ ਜਿਹੜੀਆਂ ਸਾਨੂੰ ਆਪਣੇ ਮਾਈਂਡ 'ਚ ਰੱਖਣੀਆਂ ਚਾਹੀਦੀਆਂ ਹੈਗੀਆਂ ਜਦੋਂ ਸਮਰ ਸਟਾਰਟ ਹੋਏ? ਪਹਿਲੀ ਗੱਲ ਤਾਂ ਆਪਾਂ ਆਮ ਹੀ ਬੇਸਿਕ ਜੀਆਂ ਗੱਲਾਂ ਆਪਾਂ ਸਾਰੇ ਕਹਿੰਦੇ ਕਿ ਸਨ ਪ੍ਰੋਟੈਕਸ਼ਨ ਲਾਓ, ਇਹ ਕਰੋ ਉਹ ਕਰੋ, ਪਰ ਉਹਦੇ ਵਿੱਚ ਸਿਰਫ ਸਨ ਪ੍ਰੋਟੈਕਸ਼ਨ ਹੀ ਨਹੀਂ, ਚਲੋ ਠੀਕ ਹੈ ਉਹ ਵੀ ਇੱਕ ਪਾਸੇ ਤੋਂ ਜ਼ਰੂਰੀ ਹੈਗਾ। SP30 ਹੋ ਗਿਆ ਮਿਨੀਮਮ ਹੈ, SP30 ਯੂ ਕੈਨ ਹੈਵ ਮੋਰ ਦੈਨ ਦੈਟ ਇਜ਼ ਵੈਲ। ਜਦੋਂ ਸਮਰ ਸਟਾਰਟ ਹੋ ਜਾਂਦੀ ਆ, ਆਪਾਂ ਵਿੰਟਰ ਵਾਲੀਆਂ ਆਦਤਾਂ ਨਹੀਂ ਛੱਡਦੇ ਹੈਗੇ। ਸੋ ਆਪਾਂ ਨੂੰ ਵਿੰਟਰ ਵਾਲੀਆਂ ਆਦਤਾਂ ਛੱਡ ਦੇਣੀਆਂ ਚਾਹੀਦੀਆਂ। ਕੌਫੀ ਨੂੰ ਘਟਾ ਦੇਣਾ ਚਾਹੀਦਾ ਆ। ਇਨਫਿਊਜ਼ ਵਾਟਰ ਕੈਰੀ ਕਰੋ, ਤੁਸੀਂ ਪਾਣੀ ਪੀ ਲਓ, ਕੋਕੋਨਟ ਵਾਟਰ ਹੋ ਗਿਆ। ਸੋ ਚੇਂਜ ਯੋਰ drinking habits at the same time as the weather changes, and avoid sun in the afternoon। ਆਮ ਹੀ ਆਪਾਂ ਆਫਟਰਨੂਨ ਲੇਜ਼ੀ ਕਾਫੀ ਹੁੰਦੇ ਆ, ਉੱਠਦੇ ਹੀ ਲੇਟ ਆ। 1 ਵਜੇ ਉੱਠੇ, ਤਿਆਰ ਤਿਰ ਹੋ ਕੇ 2 ਵਜੇ ਇੰਨੀ ਧੁੱਪ ਆਪਾਂ ਵੀ ਗੋ ਆਊਟ। ਸੋ ਅਵੋਇਡ ਸਨ ਬਿਟਵੀਨ 10 and 2। ਉਹ ਐਨ ਪੀਕ 'ਤੇ ਹੁੰਦਾ ਉਸ ਟਾਈਮ। ਸਭ ਤੋਂ ਜ਼ਿਆਦਾ ਤੁਹਾਨੂੰ ਯੂਵੀ ਰੇਜ਼ ਹਿੱਟ ਕਰਦੀਆਂ ਆ। ਕਾਫੀ ਕਿੰਨੇ ਆਪਣੇ ਏਸ਼ੀਅਨ ਕੈਂਸਰ ਦੇ ਨਾਲ ਸਫਰ ਕਰ ਰਹੇ ਦਿਸ ਟਾਈਮ, different type of cancers, and wearing right clothing is very important. Make sure they protect your skin as well. So rather than just wearing, have a cream as well, but having the right, you can have, as I said before as well, so UV ray protected clothes ਵੀ ਬਾਈ ਕਰ ਸਕਦੇ ਹਾਂ। ਸ਼ੋਪਾਂ ਦੇ ਆਮ ਹੀ ਤੁਸੀਂ ਆਪਾਂ ਦੇਖਦੇ ਨੇ, ਜਦੋਂ ਆਪਾਂ ਸ਼ਾਪਿੰਗ ਕਰਨ ਜਾਂਦੇ, ਇੰਗਲੈਂਡ ਵਿੱਚ ਵੀ ਹੈਗਾ, ਸ਼ਾਪਿੰਗ ਸੈਂਟਰ 'ਤੇ ਜਾਂਦੇ, ਸਪੈਸ਼ਲੀ ਛੋਟੇ ਅੱਖਰਾਂ 'ਚ ਲਿਖਿਆ ਹੋਇਆ ਕਿ ਇਹ ਕਲੋਥ ਤੁਹਾਨੂੰ ਸਨ ਤੋਂ ਪ੍ਰੋਟੈਕਟ ਕਰ ਰਿਹਾ। ਜਿਹੜੀ ਛੋਟੀ ਰਾਈਟਿੰਗ ਹੁੰਦੀ ਹੈ ਵੀ ਆਲਵੇਸ ਮਿਸ, ਜਿੱਦਾਂ ਕਹਿੰਦੇ ਨਾ ਵਕੀਲ ਦੀ ਜਿਹੜੀ ਸਭ ਤੋਂ ਬਰੀਕ ਰਾਈਟਿੰਗ ਹੁੰਦੀ ਹੈ, ਇਹ ਲੇਬਲ ਜਿਹਦੇ 'ਤੇ ਸਭ ਤੋਂ ਛੋਟਾ ਲਿਖਿਆ ਹੁੰਦਾ, ਯੂ ਹੈਵ ਟੂ ਮੇਕ ਸ਼ੋਰ ਦੈਟਸ ਦਾ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਉਹਦੇ ਵਿੱਚ ਹੁੰਦੀ ਹੈ। ਕੋਈ ਸਨ ਗਲਾਸਿਸ ਵੀ ਲੈਣੀਆਂ ਆ, ਕੁਛ ਵੀ ਆ। ਸੋ ਇਜ਼ ਦੇयर, ਐਂਡ ਅਵੋਇਡ ਆਫ ਕੋਰਸ ਆਈ ਆਲਵੇਜ਼ ਸੇ ਸਟਰੋਂਗ ਕਾਫੀਜ਼ ਹੋ ਗਏ, ਬਲੈਕ ਕਾਫੀਜ਼ ਐਂਡ ਸਟਫ। ਸੋ ਨਿੱਕੀ, ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਜਦੋਂ ਸ਼ਾਪਿੰਗ ਕਰਨੀ ਹੈ ਕਿ ਅਸੀਂ ਬ੍ਰਾਂਡਡ ਦੇਖੀਏ, ਕਿ ਇਹ ਹੁੰਦਾ ਕਿ ਸਮ ਟਾਈਮ ਜਦੋਂ ਅਸੀਂ ਵੀ ਨੋ ਦੈਟ ਸਮਰਸ ਗੋਇੰ ਟੂ ਬੀ ਕਮਿੰਗ, ਅਸੀਂ ਪਹਿਲੇ ਐਡਵਾਂਸ 'ਚ ਅਗਰ ਉਹਦੇ ਸ਼ਾਪਿੰਗ ਕਰ ਲਈਏ ਤੇ ਸਾਨੂੰ ਕਾਫੀ ਬਾਰਗੇਨ ਚੀਜ਼ਾਂ ਵੀ ਮਿਲ ਜਾਂਦੀਆਂ ਹੈਗੀਆਂ, ਜਿੱਦਾਂ ਕਿ ਸਨ ਗਲਾਸਿਸ ਹੋ ਗਏ, ਹੈਟਸ ਹੋ ਗਈ, ਐਂਡ ਕਰੀਮਸ ਵਗੈਰਾ, ਜਿਹੜੇ ਲੋਸ਼ਨ ਆਪਾਂ ਯੂਜ਼ ਕਰਨੇ ਹੁੰਦੇ ਆ। ਹਾਂਜੀ, ਐਜ਼ ਅ ਸੈਡ ਅੱਗੇ ਮੈਂ ਕਹਿੰਦੀ ਹੁੰਦੀ ਆ, ਹੈਲਥ ਵਾਈਜ਼ ਵੀ ਕੋਈ ਵੀ ਚੀਜ਼ ਆ ਉਹਦੇ ਵਿੱਚ ਸੇਮ ਹੀ ਚੀਜ਼ ਕੁਆਲਿਟੀ ਸਾਨੂੰ ਸਸਤੀ ਵੀ ਮਿਲਦੀ ਹੈ, ਐਕਸਪੈਂਸਿਵ ਮਿਲਦੀ ਆ। ਇਸ ਨੂੰ ਮੀਨ ਜਿਹੜੀ ਸਸਤੀ ਚੀਜ਼ ਆ ਉਹ 'ਚ ਕੁਛ ਘੱਟ ਆ ਜਾਂ ਉਹ 'ਚ ਕੁਛ ਇਸ ਇੱਕ ਤਾਂ ਬ੍ਰਾਂਡਸ ਹੁੰਦੀਆਂ, ਕਈ ਬਿਗ ਬ੍ਰਾਂਡਸ ਆ, ਉਹਨਾਂ ਦੇ ਬਜਟ ਹੀ ਬਿਗ ਆ। ਸੋ ਇਸ ਇੱਕ ਛੋਟੀ ਬ੍ਰਾਂਡਸ ਆ, ਉਹਨਾਂ ਦੇ ਬਜਟ ਹੀ ਸਮੋਲ ਆ। ਸੋ ਇਜ਼ ਨਥਿੰਗ ਰੋਂਗ ਵਿਦ ਦ ਕਲੋਥਸ ਔਰ ਦ ਕਰੀਮ। ਸੋ ਜਾਂ ਉਹਦੇ ਵਿੱਚ ਕੁਛ ਬੈਟਰ ਮਟੀਰੀਅਲ ਡਾਲਿਆ ਹੋਇਆ ਜਾਂ ਉਹਦੇ ਵਿੱਚ ਘੱਟ ਡਾਲਿਆ ਹੋਇਆ, ਮਟੀਰੀਅਲ ਸੇਮ ਹੀ ਆ। ਸੋ ਵੀ ਨੀਡ ਟੂ ਰੀਡ ਦ ਲੇਬਲਸ।
ਸੋ ਲੇਬਲ ਰੀਡਿੰਗ ਇਜ਼ ਮੋਰ ਇੰਪੋਰਟੈਂਟ ਦੈਨ ਚੀਜ਼ ਜਿਹੜੀ ਆ ਉਹ ਹੋਣੀ ਚਾਹੀਦੀ ਜਿਹੜੀ ਸਾਨੂੰ ਚਾਹੀਦੀ ਹੈ, ਜਿਹਦੇ ਨਾਲ ਅਸੀਂ ਸਾਨੂੰ ਪ੍ਰੋਟੈਕਸ਼ਨ ਮਿਲ ਸਕੇ ਸਮਰ ਦੇ ਵਿੱਚ, ਰੈਦਰ ਦੈਨ ਐਕਸਪੈਂਸਿਵ ਚੀਜ਼ ਲੈ ਕੇ ਜਿਹਦਾ ਕੋਈ ਤੁਹਾਨੂੰ ਫਾਇਦਾ ਨਾ ਹੋਏ, ਉਹਦਾ ਕੋਈ ਲਾਭ ਨਾ ਹੋਏ, ਦੈਟਸ ਨਾਟ ਵਰਥ ਇਟ। ਆਮੀ ਸਮਰ ਵਿੱਚ ਆਪਣੇ ਏਸ਼ੀਅਨ ਲੋਕੀ ਉੱਦਾਂ ਵੀ ਸਾਰੇ ਕਾਫੀ ਖੁੱਲੇ ਕੱਪੜੇ ਪਾਉਣਾ ਟਰਾਈ ਕਰਦੇ, ਕਾਫੀ ਲੂਜ਼ ਕਲੋਥ, ਜਿੰਨੇ ਜ਼ਿਆਦਾ ਖੁੱਲੇ ਕਲੋਥ ਉਹ ਵੀ ਸਨ ਜ਼ਿਆਦਾ ਥਰੂ ਦੈਮ ਹਿਟ ਯੋਰ ਸਕਿਨ ਮੋਰ ਹਾਰਡਰ। Oh, I used to think कि भी खुले कपड़े पाए हैं, पसीना वगैरह easily air ਕਿਦਾਂ ਜਿਹੜਾ ਨਾਈਲਨ ਹੋ ਗਿਆ, ਸਿੰਥੈਟਿਕ ਹੋ ਗਿਆ, ਕਾਫੀ ਪਤਲਾ ਮਟੀਰੀਅਲ ਹੁੰਦਾ, ਕਿਦਾਂ ਵੀ ਹੁਣ ਕਿੰਨਾ ਪਤਲਾ ਮਟੀਰੀਅਲ ਹੈ, ਪਰ ਯੂ ਕਾਂਟ ਸੀ ਥਰੂ ਇਟ, ਸੋ ਇਟਸ ਲਾਈਕ ਕੁਆਇਟ ਸੋਲਿਡ ਮਟੀਰੀਅਲ। ਸੋ ਜੇ ਕੋਈ ਵੀ ਮਟੀਰੀਅਲ ਯੂ ਕੈਨ ਸੀ ਥਰੂ ਦੈਮ, ਦੇ ਜਿੰਨੀਆਂ ਥਿਨ ਲੇਅਰਸ ਉਹਨਾਂ ਤੁਹਾਡੀ ਸਕਿਨ ਨੂੰ ਜ਼ਿਆਦਾ UV ਰੇਜ਼ ਜਿਹੜੀਆਂ ਹਿੱਟ ਕਰਦੀਆਂ, ਤਾਂ ਸਕਿਨ ਕੈਂਸਰ ਦਾ ਬਹੁਤ ਜ਼ਿਆਦਾ ਖਤਰਾ ਹੈ। ਸੋ ਜਿਹੜਾ ਕਿ ਪ੍ਰੋਟੈਕਸ਼ਨ ਲਈ ਜਿਹੜੇ ਸਪੈਸ਼ਲ ਕਲੋਥਸ, ਅਗਰ ਤੁਸੀਂ ਜਿਹੜੀ ਕਿਸੇ ਕੰਟਰੀ ਜਾ ਰਹੇ ਹੋ ਬੇਸਿਕਲੀ ਜਿੱਥੇ ਬਹੁਤ ਜ਼ਿਆਦਾ ਗਰਮੀ ਹੈਗੀ ਹੈ, ਤੇ ਕੁਝ ਇਹੋ ਜਿਹੇ ਕਲੋਥਸ ਤੁਸੀਂ ਲੈ ਲਓ ਜਿੱਥੇ ਤੁਹਾਨੂੰ ਲੱਗੇ ਵੀ ਹਾਂ ਹੁਣ ਮੈਂ ਸ਼ਾਪਿੰਗ ਜਾਣਾ ਇਸ ਟਾਈਮ ਤੇ ਪੀਕ ਟਾਈਮ ਜਿਹੜਾ ਹੈਗਾ, ਜਿੱਦਾਂ ਨਿੱਕੀ ਨੇ ਦੱਸਿਆ 10 ਤੋਂ ਲੈ ਕੇ 2 ਵਜੇ ਦਾ ਜਿਹੜਾ ਟਾਈਮ ਹੈ, ਉਦੋਂ ਸਨ ਰੇਜ਼ ਜਿਹੜੀਆਂ ਹੈਗੀਆਂ ਜ਼ਿਆਦਾ ਹੁੰਦੀ ਹੈ, ਉਸ ਟਾਈਮ ਤੇ ਤੁਸੀਂ ਉਹ ਕੱਪੜੇ ਆਪਣੇ ਪਾ ਸਕਦੇ ਹੋ। ਸੋ ਯੂ ਕੈਨ ਈਜ਼ਲੀ ਡੂ ਦ ਸ਼ਾਪਿੰਗ, ਜਾਂ ਜੋ ਵੀ ਤੁਸੀਂ ਜਿੱਥੇ ਵੀ ਜਾ ਰਹੇ ਹੋ ਉਹ ਤੁਹਾਡੀ ਪ੍ਰੋਟੈਕਸ਼ਨ ਰਹੇਗੀ ਸਨ ਤੋਂ। ਹੋਰ ਕਿਹੜੀ ਚੀਜ਼ਾਂ ਆਪਾਂ ਨੂੰ ਧਿਆਨ ਰੱਖਣੀਆਂ ਚਾਹੀਦੀਆਂ ਵੈਨ ਵੀ ਆਰ ਜਸਟ ਐਟ ਹੋਮ, ਜੇਕਰ ਅਸੀਂ ਕਿਤੇ ਹੌਲੀਡੇ ਨਹੀਂ ਜਾ ਰਹੇ ਨਿੱਕੀ, ਅਸੀਂ ਘਰੇ ਹੈਗੇ ਆ, ਬੱਚਿਆਂ ਦੇ ਨਾਲ ਹੈਗੇ ਆ, ਕੀ ਚੀਜ਼ਾਂ ਸਾਨੂੰ ਹੋਰ ਧਿਆਨ ਰੱਖਣੀਆਂ ਚਾਹੀਦੀਆਂ ਸਮਰ ਦੇ ਦੌਰਾਨ? ਇੱਕ ਸਮਰ ਸਪੈਸ਼ਲ ਆਪਣੀ ਜਿਹੜੀ ਸਮਰ ਦੀ ਡਾਈਟਸ ਡਿਫਰੈਂਟ ਹੋਊਗੀ। ਸਮਰ ਦੇ ਫਰੂਟਸ ਜ਼ਿਆਦਾ ਖਰੀਦੋ, ਜਿਹੜੇ ਫਰੂਟਸ ਉਸ ਟਾਈਮ ਪ੍ਰੋਡਿਊਸ ਹੋ ਰਹੇ ਆ, ਨਾ ਕਿ ਜੇ ਨਾ ਫਰੂਟਸ ਦਾ ਸੀਜ਼ਨ ਹੈ ਨਹੀਂ, ਤੁਸੀਂ ਉਹ ਹਜੇ ਵੀ ਮਾਰਕੀਟਸ ਆਉਂਦੇ ਆ, ਉਹ ਥੋੜ੍ਹੇ ਐਕਸਪੈਂਸਿਵ ਹੋ ਜਾਂਦੇ ਆ। ਜਿਹੜੇ ਵੀ ਉਸ ਟਾਈਮ ਸੀਜ਼ਨਲ ਫਰੂਟਸ ਵੈਜੀਟੇਬਲਸ ਆਰ ਵੈਰੀ ਇੰਪੋਰਟੈਂਟ। ਇਹ ਤਾਂ ਤੁਹਾਡੀ ਗੱਲ ਇੱਕਦਮ ਸਹੀ ਹੈ, ਬਿਕੋਜ਼ ਉਹਦੀ ਨਿਊਟ੍ਰੀਸ਼ਨ ਵੀ ਜ਼ਿਆਦਾ ਹੁੰਦਾ ਹੈ, ਨਾਲ ਦੋ ਚੀਜ਼ਾਂ ਮਿਲਦੀਆਂ, ਨਾਲੇ ਉਹ ਸਸਤੇ ਮਿਲਦੇ ਆ, ਉਹ ਚੀਪ ਹੋਊਗੇ ਦੂਜਿਆਂ ਨਾਲੋਂ, ਐਂਡ ਇਜ਼ ਮੋਰ ਗੁੱਡ ਫॉर ਯੂ, ਇਟ ਵਰਕਸ ਫॉर ਯੂਰ ਬੋਡੀ, ਕਿ ਨੈਚੁਰਲੀ ਉਸ ਟਾਈਮ ਲਈ ਉਹ ਤੁਹਾਨੂੰ ਨੈਚੁਰਲੀ ਉਹ ਚੀਜ਼ ਉਸ ਟਾਈਮ ਬੋਰਨ ਹੋਈ ਹੈ, ਉਸ ਵੈਦਰ ਤੋਂ ਪ੍ਰੋਟੈਕਟ ਫਲੇਵਰ ਵੀ ਵਧੀਆ ਆਉਂਦਾ ਵੈਨ ਵੀ ਹੈਵ ਨੈਚੁਰਲ ਫਰੂਟ ਜਿਹੜੇ ਹੈਗੇ, ਆਰਗੈਨਿਕ ਚੀਜ਼ਾਂ ਹੋ ਗਏ, ਯੂ ਨੋ, ਸੋ ਕਾਈਂਡ ਆਫ ਜਿਹੜੇ ਫਰੂਟਸ ਉਸ ਟਾਈਮ ਅਵੇਲੇਬਲ ਆ, ਦੇ ਆਰ ਗੁੱਡ। ਐਂਡ ਪਲੱਸ ਇੱਕ ਗੱਲ ਹੋਰ ਹੈ ਨਹੀਂ ਕਿ ਜਦੋਂ ਸਮਰ ਟਾਈਮ ਹੁੰਦਾ ਉਦੋਂ ਫੂਡ ਕਾਫੀ ਛੇਤੀ ਖਰਾਬ ਵੀ ਹੋ ਜਾਂਦਾ, ਸੋ ਯੂ ਹੈਵ ਟੂ ਮੇਕ ਸ਼ੋਰ, ਕਿਉਂਕਿ ਜ਼ਿਆਦਾ ਚਾਂਸਿਸ ਹੁੰਦੇ ਫੂਡ ਪੋਇਜ਼ਨਿੰਗ ਜਿਹੜੀ ਹੈ ਸਭ ਤੋਂ ਜ਼ਿਆਦਾ ਸਮਰ ਟਾਈਮ ਦੇ ਵਿੱਚ ਵੇਖਣ ਦੇ ਵਿੱਚ ਆਇਆ ਕਿ ਲੋਕਾਂ ਨੂੰ ਫੂਡ ਪੋਇਜ਼ਨਿੰਗ 2% ਤੋਂ ਜ਼ਿਆਦਾ ਜਿਹੜੇ ਲੋਕ ਨੇ ਫੂਡ ਪੋਇਜ਼ਨਿੰਗ ਦਾ ਸ਼ਿਕਾਰ ਹੁੰਦੇ ਆ। ਰੀਜ਼ਨ ਹੈ ਉਹ ਕਿ ਜਿਹੜਾ ਫੂਡ ਹੈ ਛੇਤੀ ਖਰਾਬ ਹੋ ਜਾਂਦਾ, ਵੀ ਲੈਫਟ ਇਟ, ਜਿੱਦਾਂ ਅਸੀਂ ਨਿੱਕੀ ਨੇ ਦੱਸਿਆ ਵੀ ਵਿੰਟਰ ਦੀ ਜਿਹੜੀ ਆਦਤਾਂ ਹੁੰਦੀ ਅਸੀਂ ਫੂਡ ਉੱਥੇ ਰੱਖ ਦਿੰਦੇ ਆ। ਬਾਕੀ ਇੱਕ ਵਿਟਾਮਿਨਸ ਦੀ ਸਪਲੀਮੈਂਟਸ ਵੀ ਸਮਰ ਲਈ ਡਿਫਰੈਂਟ ਸਪਲੀਮੈਂਟਸ ਹੁੰਦੇ ਆ, ਐਂਡ ਵਿੰਟਰ ਲਈ ਡਿਫਰੈਂਟ ਸਪਲੀਮੈਂਟਸ ਹੁੰਦੇ, ਜਿਹੜੇ ਆਪਾਂ ਵਿਟਾਮਿਨਸ ਵਿੰਟਰ 'ਚ ਖਾ ਰਹੇ ਆ ਆਪਾਂ ਉਹੀ ਕੈਰੀ ਔਨ ਕਰ ਲੈਂਦੇ ਸਮਰ ਦੇ ਵਿੱਚ। ਸੋ ਦਾ ਇੱਕ ਉਹ ਵੀ, ਬਿਕਾਜ਼ ਦੇਰ ਇਜ਼ 2 different type of vitamins, you have to have a diet supplements as well at the same time। ਸੋ ਅਲੱਗ ਵਿਟਾਮਿਨਸ ਵੀ ਹੁੰਦੇ ਆ। ਸੋ ਵਿੰਟਰ ਦੇ ਹੋ ਗਏ ਕਿ ਸਾਨੂੰ ਗਰਮ ਰੱਖਣ ਲਈ ਜ਼ਿਆਦਾ ਹੁੰਦੇ ਆ, ਵੀ ਸਾਨੂੰ ਠੰਡ ਤੋਂ ਬਚਾ ਸਕਣ। ਵੇਦਰ ਜਿਹੜੇ ਹੈਗੇ ਆਪਣੇ ਸਮਰ ਦੇ ਹੁੰਦੇ ਆ ਕੂਲ ਡਾਊਨ, ਜਿੱਦਾਂ ਸਾਡੇ ਜਿਹੜੇ ਨੈਚੁਰਲੀ ਕੂਲਮੈਂਟ ਜਿਹੜੇ ਫਰੂਟ ਵੈਜੀਟੇਬਲਸ ਨੇ ਉਹ ਸਾਨੂੰ ਪ੍ਰੋਵਾਈਡ ਕੀਤੇ ਜਾਂਦੇ ਆ। ਵਿਟਾਮਿਨ ਏ ਇਜ਼ ਵੈਰੀ ਇੰਪੋਰਟੈਂਟ, ਇਹ ਰਿਪੇਅਰ ਯੂਰ ਸਕਿਨ। ਜੇ ਆਪਣੀ ਸਾਰਿਆਂ ਦੀ ਡਿਫਰੈਂਟ ਸਕਿਨ ਟਾਈਪਸ ਆ, ਇੱਕ ਬੰਦਾ ਜਾਂਦਾ ਪਰ ਉਹਦੀ ਸਕਿਨ ਛੇਤੀ, ਉਹ ਜਦੋਂ ਮੈਂ ਤਾਂ SPF50 ਵੀ ਲਾਇਆ, ਸਕਿਲ ਯੂਰ ਸਕਿਨ ਵਿਲ ਬਰਨ ਐਂਡ ਪਿਓਰ। ਇੱਕ ਪਰਸਨ ਹੈ ਕੁਛ ਵੀ ਨਹੀਂ ਲਾਇਆ, ਸਟਿਲ ਸਕਿਨ ਡਜ਼ਨਟ ਬਰਨ। ਸੋ ਇਟਸ ਲਾਈਕ if you have a problem, you can always have vitamin A. It kind of repair you, it protect your skin from the sunburn. ਜੇ ਆਪਣੇ ਕੋਲ ਵਿਟਾਮਿਨ A ਦੀ ਲੈਕ ਆ, you easily burn। ਐਂਡ ਥੋੜੀ ਜਿਹੀ ਹੋਰ ਗੱਲ ਕਰਾਂਗੇ ਫੂਡ ਪੋਇਜ਼ਨਿੰਗ ਦੇ ਬਾਰੇ, ਕੀ ਸਾਨੂੰ ਕਰਨਾ ਚਾਹੀਦਾ, ਕਿ ਯੂ ਨੋ ਕੀ ਪ੍ਰੀਕਾਸ਼ਨ ਲੈਣੇ ਚਾਹੀਦੇ ਕਿ ਫੂਡ ਪੋਇਜ਼ਨਿੰਗ ਤੋਂ ਅਸੀਂ ਥੋੜਾ ਜਿਹਾ ਬਚ ਸਕੀਏ, ਬਿਕਾਜ਼ ਵੀ ਹੈਵ ਸੇਮ ਹੈਬਿਟ ਐਜ਼ ਵਿੰਟਰ, ਬਾਹਰ ਫੂਡ ਰੱਖ ਲਿਆ। ਉਹਲੀ ਇਮਿਊਨ ਸਿਸਟਮ ਕਾਫੀ ਸਮਰ ਵਿੱਚ ਕਾਫੀ ਪਸੀਨਾ ਆਉਂਦਾ ਹੈ, ਗਰਮੀ ਕਾਫੀ ਹੁੰਦੀ ਹੈ, ਆਪਣਾ ਇਮਿਊਨ ਸਿਸਟਮ ਕਾਫੀ ਡਾਊਨ ਹੋ ਜਾਂਦਾ, ਹੈ ਫੀਵਰ ਹੁੰਦਾ ਆ। ਪਰ ਵਿਟਾਮਿਨ C ਕਾਫੀ ਗੁੱਡ ਆ, ਤੁਹਾਡਾ ਇਮਿਊਨ ਸਿਸਟਮ ਬਿਲਟ ਅਪ ਕਰਦਾ ਆ, ਕੋਈ ਵੀ ਡੈਮੇਜ ਹੋਈ ਹੋ ਆ ਸਕਿਨ ਨੂੰ, ਕੋਈ ਸਨ ਸਪੌਟਸ ਵੀ ਆ ਉਹਨਾਂ ਨੂੰ ਵੀ ਹੈਲਪ ਮਿਲਦੀ ਹੈ। ਇੱਕ ਬੀ ਪੋਲਨ ਹੁੰਦੀ ਆ, ਕਾਫੀ ਪੋਪੂਲਰ ਹੈ ਬੀ ਪੋਲਨ, ਹਾਂਜੀ, ਉਹ ਕਾਫੀ ਲੋਕੀ ਖਾਂਦੇ ਆ। ਸੋ ਹੁਣ ਤੁਸੀਂ ਸਵੇਰੇ ਆਪਣਾ ਡਾਈਟਿੰਗ ਵੀ ਨਾਈਸ ਕਰਦੇ ਆ, ਸਾਰਾ ਕੁਝ ਹੀ ਨਾਈਸ ਕਰਦੇ ਆ, ਮੇਕਅਪ ਵੀ ਪਰਫੈਕਟ ਸਮਰ ਦੇ ਤਰੀਕੇ ਨਾਲ ਕਰ ਲਿਆ, ਜੇ ਹੁਣ ਅੱਖਾਂ 'ਚੋਂ ਪਾਣੀ ਆਏ ਗਿਆ, ਆਪਾਂ ਸਕਿਨ 'ਤੇ ਖਾਜ ਹੀ ਆਏ ਗਏ, ਆਪਣਾ ਸਾਰਾ ਦਿਨ ਹੀ ਖਰਾਬ ਜਾਂਦਾ। ਆਪਾਂ ਪਹਿਲਾਂ ਤੋਂ ਹੀ ਪ੍ਰਿਪੇਅਰਡ ਹੋ ਕੇ ਬਾਹਰ ਜਾਣਾ ਕਿ ਵੀ ਇੰਜੋਇਡ ਦ ਸਨ ਇਜ਼ ਵੈਲ। ਜਿਹੜੀ ਸਮਰ ਹੈ ਕਦੀ ਕਦੀ ਤਾਂ ਆਉਂਦੀ ਆ ਵਿਚਾਰੀ, ਯੂ ਨੋ, ਵਿਚਾਰੀ ਵੀ ਵਨ ਇੰਜੋਏ ਦ ਸਮਰ। ਵਾਚਿੰਗ ਇਨ ਇੰਗਲੈਂਡ ਦੇ ਵਿੱਚ ਤਾਂ ਸਮਰ ਤੁਸੀਂ ਹਾਰਡਲੀ ਯੂ ਸੀ, ਬਟ ਨਾਓ ਗ੍ਰੈਜੂਅਲੀ ਇਟਸ ਗੈਟਿੰਗ ਬੈਟਰ ਐਂਡ ਬੈਟਰ ਕੰਪੇਅਰਡ ਟੂ ਵਾਟ ਇਟ ਵਾਸ ਲਾਈਕ 10 years back।
ਕਾਫੀ ਕਾਫੀ ਹੁਣ ਹੌਟ ਕੰਟਰੀਜ਼ ਹੌਲੀਡੇ ਜਾ ਰਹੇ ਆ ਸੋ ਕਾਫੀ ਸਨ ਵਾਪਸ ਲੈ ਕੇ they are bringing the sun waves down here. Yes. ਨਿੱਕੀ ਹੁਣ ਜਿੱਦਾਂ normally ਹੈ ਨਾ ਜਿੱਦਾਂ ਫੂਡ ਹਾਂਜੀ। ਵਗੈਰਾ ਆਪਾਂ ਬਾਹਰ ਰੱਖਦੇ is better to keep it in the fridge In the ਜ਼ਿਆਦਾ fridge, ਟਾਈਮ ਹਾਂਜੀ। ਲਈ ਹੈ ਨਾ ਜਿੱਦਾਂ ਤੁਸੀਂ ਫੂਡ ਯੂਜ਼ ਕਰੋ ਹਾਂਜੀ। ਤੇ ਸਟ੍ਰੇਟ ਅਵੇ ਜਿਹੜਾ ਫੂਡ ਹੈ ਤੁਸੀਂ ਆਪਣੇ ਫ੍ਰਿਜ 'ਚ ਰੱਖ ਦਿਓ ਤਾਂ ਕਿ ਉਹ ਖਰਾਬ ਨਾ ਹੋਏ ਹਾਂਜੀ। ਡੋਂਟ ਵੇਟ ਫॉर ਟੁਮਾਰੋ ਵੀ ਇਹ ਸਬਜ਼ੀ ਤਾਂ ਖਰਾਬ ਨਹੀਂ ਹੋਣੀ ਸੋ ਮੇਕ ਸ਼ੋਰ ਸਟ੍ਰੇਟ ਅਵੇ ਵਨਸ ਯੂ ਯੂਜ਼ ਹਾਂਜੀ। ਜਿਹੜੀ ਲੈਫਟ ਓਵਰ ਚੀਜ਼ਾਂ ਹੈਗੀਆਂ ਉਹ ਤੁਸੀਂ ਫ੍ਰਿਜ 'ਚ ਰੱਖੋ ਤਾਂ ਕਿ ਜਿਹੜਾ ਬੈਕਟੀਰੀਆ ਉਹਦੇ ਕਰਕੇ ਉਹ ਖਰਾਬ ਨਾ ਹੋਣ ਜਾਂ ਤੁਹਾਨੂੰ ਨੁਕਸਾਨ ਨਾ ਦੇ ਹਾਂਜੀ ਇੱਕ ਗੱਲ ਹੋਰ ਵੀ ਕਰ ਸਕਦੇ ਆ ਜਿੱਦਾਂ ਹੁਣ ਕਈ ਵਾਰੀ ਸਬਜ਼ੀ ਬਣਾ ਲਈ ਫੋਰਗੇਟ ਕਰ ਲੈਂਦੇ ਫ੍ਰਿਜ ਰੱਖਣ ਨੂੰ ਸਵੇਰੇ ਜਾ ਕੇ ਉਹ ਫ੍ਰਿਜ ਰੱਖ ਦੋਗੇ ਇਸ ਡੈਮੇਜ ਆਲਰੇਡੀ ਹੈਪਨਡ Yeah. ਜੇ ਤੇ ਲੱਗਦਾ ਕਿ ਡੈਮੇਜ ਆ ਦੈਟਸ ਫਾਈਨ ਪੁੱਟ ਇਨ ਦ ਬਿਨ ਇਫ ਇਜ਼ ਨਾਟ ਮੇਕ ਸ਼ੋਰ ਰੀਹੀਟ ਇਟ ਅਪ ਫੁਲੀ ਟੂ 100 then cool it down then put in the fridge ਹਾਂਜੀ ਇਹ ਬਹੁਤ ਵਧੀਆ Yeah. ਤਰੀਕਾ ਬਿਕੋਜ਼ ਇਹ ਹੁੰਦਾ ਸਮਰ ਦੇ ਵਿੱਚ ਐਬਸੋਲੂਟਲੀ ਕਿ ਹਾਂਜੀ। ਅਸੀਂ ਸੋਚਦੇ ਆ ਵੀ ਚਲੋ ਕੁਝ ਨਹੀਂ ਹੁੰਦਾ ਦੁਬਾਰਾ ਫਿਰ ਅਸੀਂ ਯੂਜ਼ ਕਰ ਲਾਂਗੇ ਬਟ ਮੇਕ ਸ਼ੋਰ ਦੈਟ ਕੋਈ ਵੀ ਚੀਜ਼ ਜਿਹੜੀ ਲੈਫਟ ਓਵਰ ਸਪੈਸ਼ਲੀ ਫੂਡ ਹੈ ਉਹਨੂੰ ਕਵਰ ਕਰਕੇ ਐਂਡ ਕਿਉਂਕਿ ਉਸ ਟਾਈਮ ਤੇ ਮੱਖੀਆਂ ਹੋਰ ਮੱਛਰ ਕਾਫੀ ਕੁਝ ਜਿਹੜੇ ਹੈਗੇ ਆ ਇਜ਼ 올 ਅਰਾਊਂਡ ਯੂਰ ਹਾਊਸ ਇਵਨ ਵੀ ਡੋਂਟ ਸੀ them with our bare eyes ਕਈ ਵਾਰੀ ਕਈ ਚੀਜ਼ਾਂ ਜਿਹੜੀਆਂ ਸਾਨੂੰ ਆਪਣੀ ਅੱਖਾਂ ਸਾਹਮਣੇ ਨਜ਼ਰ ਨਹੀਂ ਆਉਂਦੀਆਂ ਬਟ ਦ ਬੈਕਟੀਰੀਆ ਇਜ਼ 올 ਅਰਾਊਂਡ ਸੋ ਮੇਕ ਸ਼ੋਰ ਤੁਸੀਂ ਆਪਣੀ ਜਿਹੜੀ ਚੀਜ਼ਾਂ ਨੇ ਉਹਨਾਂ ਨੂੰ ਢੱਕ ਕੇ ਰੱਖੋ ਤਾਂ ਕਿ ਦੇ ਆਰ ਕਵਰ ਅਪ ਐਂਡ ਸਪੈਸ਼ਲੀ ਇਨ ਦ ਫ੍ਰਿਜ ਜੇਕਰ ਤੁਹਾਡੀ ਕੋਈ ਚੀਜ਼ ਲੈਫਟ ਓਵਰ ਹੈਗੀ ਹੈ ਉਹਨੂੰ ਕਵਰ ਅਪ ਕਰਕੇ ਫ੍ਰਿਜ ਦੇ ਵਿੱਚ ਰਾਈਟ ਟੈਂਪਰੇਚਰ ਚੈੱਕ ਕਰਦੇ ਰਹੋ ਫ੍ਰਿਜ ਦਾ ਟੈਂਪਰੇਚਰ ਵੀ ਤਾਂ ਕਿ ਉਹ ਚੀਜ਼ ਦੇ ਨਾਲ ਤੁਹਾਨੂੰ ਫੂਡ ਪੋਇਜ਼ਨਿੰਗ ਨਾ ਹੋਏ ਸੋ ਮੇਕ ਸ਼ੋਰ ਦੈਟ ਸਪੈਸ਼ਲੀ ਮੀਟ ਵਗੈਰਾ ਹੋ ਗਿਆ ਜਾਂ ਇਹੋ ਜਿਹੇ ਪ੍ਰੋਡਕਟਸ ਜਿਹੜੇ ਹੈ ਯੂਜ਼ ਇਟ ਸਟ੍ਰੇਟ ਅਵੇ ਐਂਡ ਨੈਕਸਟ ਡੇ ਲਈ ਤੁਸੀਂ ਦੁਬਾਰਾ ਫਰੈਸ਼ ਬਣਾਓ ਚੀਜ਼ਾਂ ਤੇ ਬਿਹਤਰ ਰਹਿੰਦਾ ਐਂਡ ਜਿਹੜੇ ਸੀਜ਼ਨਲ ਫੂਡ ਨੇ ਉਹ ਸਭ ਤੋਂ ਬੈਟਰ ਰਹਿੰਦੇ ਆ ਐਂਡ ਐਵਰੀਡੇ ਅਗਰ ਤੁਸੀਂ ਸ਼ਾਪਿੰਗ ਕਰ ਸਕਦੇ ਹੋ ਤੇ ਡੂ that's the best way because fresh cheese ਤੁਸੀਂ ਲਿਆਓਗੇ then you don't have to wait otherwise just keep it in fridge and check regular fridge temperature ਜ਼ਰੂਰ ਚੈੱਕ ਕਰੋ ਇਹਦੇ ਨਾਲ ਨਾਲ ਇਹ ਵੀ ਦੱਸਾਂਗੇ ਕਿ ਜਿਹੜੇ ਹੈਗੇ ਆ ਡੀਹਾਈਡਰੇਸ਼ਨ ਦੀ ਬਹੁਤ ਹਾਂਜੀ। ਜਿਹੜੀ ਹੁੰਦੀ ਹੈ ਪ੍ਰੋਬਲਮ ਹੁੰਦੀ ਹੈ ਡੀਹਾਈਡਰੇਸ਼ਨ ਜਿਹੜੀ ਕਿ ਸਮਰ ਦੇ ਵਿੱਚ ਅਸੀਂ ਸੋਚਦੇ ਹਾਂ ਵੀ ਯੂ نو we just eat enjoying but we forget about drinking water ਡਰਿੰਕਿੰਗ ਵਾਟਰ ਹੈ ਕਈ ਹੁਣ ਪਲੇਨ ਵਾਟਰ ਨਹੀਂ ਡਰਿੰਕ ਕਰ ਸਕਦੇ Yeah. ਬਾਕੀ ਪਹਿਲੀ ਗੱਲ ਤੇ ਇਹ ਪਹਿਲਾ ਪੁਆਇੰਟ ਤਾਂ ਇਹ ਹੈ ਜੇ ਤੁਹਾਨੂੰ ਪਿਆਸ ਲੱਗੀ ਆ ਤਾਂ ਹੀ ਡਰਿੰਕ ਕਰੋ ਆਪਾਂ ਓਵਰਲੋਡ ਵੀ ਨਹੀਂ ਕਰਨਾ ਆਪਣੇ ਹਾਂਜੀ। ਆਪ ਨੂੰ ਬਟ ਵੈਨ ਯੂ ਥਰਸਟੀ ਮੇਕ ਸ਼ੋਰ ਡਰਿੰਕ ਕੀਪ ਦ ਵਾਟਰ ਵਿਦ ਯੂ ਜੇ Yeah. ਵਾਟਰ ਆਪਣੇ ਲਾਗੇ ਪਿਆ ਆ ਤੇ ਆਪਾਂ ਵੀ ਗੈਟ ਟੂ ਡਰਿੰਕ ਇਟ ਕਿ ਜਾਂ ਆਪਾਂ ਥੋੜ੍ਹਾ- lazy ਹੋ ਥੋੜ੍ਹਾ ਪੀ ਜਾਂਦੇ ਸਕਦੇ ਹਾਂ, we ਜ਼ਰੂਰੀ get ਨਹੀਂ ਹੈ। lazy when water not available and we thirsty we just get lazy juice ਹੀ ਚੱਕ ਕੇ ਪੀ ਲਿਆ you know still so much sugars in the juices and all that it just kind of ਆਪਾਂ ਇੱਕ dehydration ਉਹ ਆਪਾਂ ਨੂੰ it kind of make us more thirsty it doesn't work it works the other way around so best to carry on normal water infused water ho gaya you know you can buy those the big jars you can put some lemons and lemons fruits mint and ਜੋ stuff ਕਿ ਫਰੈਸ਼ਲੀ ਤੁਸੀਂ Yeah. ਲੈ They can ਸਕਦੇ ਹੋ create ਐਂਡ freshly. ਇਟਸ ਚੇਂਜ ਦਾ ਟੇਸਟ ਇਜ਼ ਵੈਲ ਬਿਕਾਜ਼ ਕਈਆਂ ਨੂੰ ਹੁੰਦਾ ਕਿ ਪਾਣੀ ਦਾ ਟੇਸਟ ਵਧੀਆ ਨਹੀਂ ਲੱਗਦਾ ਹਾਂ ਕੋਕੋਨਟ ਵਾਟਰ ਵੈਰੀ ਪਪੂਲਰ ਇਨ ਇੰਡੀਆ ਕਿੱਥੇ ਵੀ ਜਾਣੇ ਤੁਹਾਨੂੰ ਮਿਲ ਜਾਂਦਾ ਆ ਇਟਸ ਵੈਰੀ ਅਸੀਂ ਪਪੂਲਰ ਇੰਡੀਆ ਨਹੀਂ ਜਾ ਰਹੇ ਹਜੇ ਕੋਕੋਨਟ ਵਾਟਰ ਇਜ਼ ਰੀਲੀ ਗੁੱਡ ਕੋਲਡ ਸ਼ਾਵਰਸ ਆਰ ਗੁੱਡ Yeah, cold ਆਪਣੇ shower. ਇੰਗਲੈਂਡ ਵਿੱਚ ਸਮਰ ਆ ਜਾਂਦੀ ਹੈ ਜਾਂ ਸੈਟ ਦ ਵਿੰਟਰ ਦੀਆਂ ਆਦਤਾਂ ਨਹੀਂ ਛੱਡਦੇ ਹੌਟ Still hot ਸ਼ਾਵਰਸ ਸਮਰ 'ਚ ਵੀ ਚੱਲਦੇ ਆ ਸੋ ਹੁਣ ਤੇ ਰਿਸਰਚ ਵੀ ਦੱਸ ਰਿਹਾ ਕੋਲਡ ਸ਼ਾਵਰ ਇਜ਼ ਬੈਸਟ ਸ਼ਾਵਰ ਇਵਨ ਇਨ ਵਿੰਟਰ ਚ ਵੀ ਤੁਸੀਂ ਕੋਲਡ ਸ਼ਾਵਰ ਲੈਂਦੇ ਹੋ ਤੇ ਤੁਹਾਡੀ ਬ੍ਰੇਨ ਜਿਹੜਾ ਇੱਕਦਮ ਐਕਟੀਵੇਟ ਕਰ ਇੱਕ ਦਿੰਦਾ ਹੋਰ ਮੈਂ ਟਿਪ ਦੇ ਦਿੰਦੀ ਜਿਹੜੇ ਥੋੜੇ ਬਜ਼ੁਰਗ ਆ ਵਿਚਾਰੇ ਕੋਲਡ ਸ਼ਾਵਰ ਵਿੱਚ ਥੋੜਾ ਹਾਰਡ ਹੋ ਜਾਂਦਾ ਕਿ ਮੇਰੇ ਦਾਦੀ ਜੀ ਸੀਗੇ ਲੱਗਦਾ ਹੈ। ਨਾ ਮੇਰੇ ਦਾਦੀ ਜੀ ਸੀਗੇ ਉਹਨਾਂ ਨੂੰ ਬਹੁਤ ਹਾਂਜੀ। ਠੰਡ ਲੱਗਦੀ ਸੀ ਦੇ ਵੁੱਡ ਨਾਟ ਈਵਨ ਹੈਵ ਅ ਫਰੂਟ ਵੀ ਨਹੀਂ ਖਾਂਦੇ ਸੀ ਫ੍ਰਿਜ ਠੰਡਾ। ਦੇ ਵਿੱਚੋਂ ਠੰਡਾ ਕੱਢਿਆ ਹੋਇਆ ਹਾਂਜੀ। ਕਹਿੰਦੇ ਸੀ ਫਰੂਟ ਫ੍ਰਿਜ 'ਚ ਨਹੀਂ ਰੱਖਣਾ ਮੇਰੇ ਦੰਦਾਂ ਨੂੰ ਪੇਨ ਹੁੰਦੀ ਹੈ ਇਹ ਉਹ ਸੋ ਜਿਹੜਾ ਸ਼ਾਵਰ 'ਚ ਤੁਸੀਂ ਜੇ ਠੰਡ ਲੱਗਦੀ ਆ ਤੁਸੀਂ ਸ਼ਾਵਰ ਹੌਟ ਸ਼ਾਵਰ ਨਾਲ ਸਟਾਰਟ ਕਰੋ ਸਲੋਲੀ ਟਰਨ ਦਾ ਟੈਂਪਰੇਚਰ ਟੂ 0 ਸੋ ਫਿਨਿਸ਼ ਇਟ ਆਫ ਵਿਦ ਦ ਕੋਲਡ ਸ਼ਾਵਰ and you won't feel it much as ਤੁਹਾਡੇ ਵਰਗਾ ਇੱਕ ਆਈਡੀਆ ਹੋਰ ਹੈਗਾ ਸੀਗਾ somebody else told me that ਕਹਿੰਦੇ ਵੀ ਜਦੋਂ ਤੁਸੀਂ ਸ਼ਾਵਰ ਲੈਂਦੇ ਹੋ ਜਿਹੜਾ ਬਾਥਰੂਮ ਹੈ ਉਹਨੂੰ ਵਾਰਮ ਅਪ ਰੱਖੋ ਹਾਂਜੀ ਸੋ ਜਦੋਂ ਤੁਸੀਂ ਸ਼ਾਵਰ ਲੈਣਾ ਉਹ ਠੰਡਾ ਹੋਏਗਾ ਬਟ once you are out of the shower that will be you know that I'm going to be warm enough when I That's go it. out so either one or two ways ਹੁਣ ਦਾ ਨਿਊ ਸਿਸਟਮ ਚੱਲ ਪਿਆ ਹੈ, ਕੋਈ ਵੀ ਨਿਊ ਬਾਥਰੂਮਸ ਫਿਟ ਹੋ ਰਿਹਾ ਇੰਗਲੈਂਡ ਵਿੱਚ ਸਪੈਸ਼ਲੀ ਫਲੋ ਹੀਟਿੰਗਸ ਲੱਗ ਰਹੀਆਂ ਜੀ। ਬਟ ਐਜ਼ ਅ ਸੈਡ ਜੇ ਤੁਸੀਂ ਹੌਟ ਸ਼ਾਵਰ ਨਾਲ ਸਟਾਰਟ ਕਰਦੇ ਹੋ ਤਾਂ ਆਲਰੇਡੀ ਰੂਮ ਸਟੀਮ ਹੋ ਜਾਂਦਾ ਉਹ yeah because it's already summer so Yeah. summer ਦੇ ਵਿੱਚ ਤੁਹਾਨੂੰ ਜ਼ਿਆਦਾ ਉਹ ਕਰਨ ਦੀ ਲੋੜ ਨਹੀਂ ਪੈਂਦੀ ਹੀਟਿੰਗ ਹਾਂਜੀ। ਵਗੈਰਾ ਦੀ ਵੀ but that's a part of it we've given you two tips already ਹਨਾ ਹਾਂਜੀ। ਨਿੱਕੀ any other tips for ਹਾਂਜੀ ਇੱਕ ਸਪਰੇਅ ਮਿਲ ਜਾਂਦੀਆਂ ਆ ਤੁਹਾਨੂੰ ਟਰੈਵਲਿੰਗ ਸਪਰੇਅ ਹੁੰਦੀਆਂ ਉਹ Yeah. ਇੱਕ ਪੈਕੇਟ 'ਚ 5 ਬੋਟਲਸ ਹੁੰਦੀਆਂ ਉਹਨਾਂ 'ਚ ਪੰਪ ਲੱਗੇ ਹੁੰਦੇ ਆ ਰੋਜ਼ ਵਾਟਰ ਮਿਲ ਜਾਂਦਾ ਆਮੀ ਸ਼ਾਪਾਂ ਤੋਂ ਮੋਰਿਸਨ ਤੋਂ ਮਿਲ ਜਾਊਗਾ ਆਸਤਾ 'ਚ ਮਿਲ ਜਾਊਗਾ ਕੋਈ ਵੀ ਫੂਡ ਸਟੋਰ ਤੋਂ ਮਿਲ ਜਾਣਾ 50 ਪੈਂਸ ਦੀ ਬੋਟਲ ਹੁੰਦੀ ਆ ਜੋ ਫਿਲ ਦਾ ਵਾਟਰ ਕੀਪ ਇਟ ਵਿਦ ਯੂ ਕਿ ਸਪਰੇ ਯੋਰਸੈਲਫ
it kind of Yeah. cools it. How you feel it when you feel cool down, naturally your whole body relaxes. That's so true because Yeah. and ਕਈ ਵਾਰੀ I've seen some people actually parents ਹੁੰਦੇ ਜਾਂ ਤੇ ਹੈਡ ਦੇ ਵਿੱਚ ਥੋੜਾ ਜਿਹਾ ਸਪਰੇ ਕਰ ਦਿੰਦੇ ਆ ਬੱਚੇ ਦੇ when they think they are feeling cold. Yeah, just rose cold. water ਹੁੰਦਾ which is harmful and temperature ਵੀ ਥੋੜਾ ਤੁਹਾਡਾ Temperature down ਹੋ ਜਾਂਦਾ ਹਾਂਜੀ। and nothing else you need other than that. That's it, eye drops ਵਗੈਰਾ ਹੋ ਗਏ. But anyway, bee pollen is really good for hay fever. ਜਿੱਦਾਂ as I said, sneezes ਕਾਫੀ hay fever ਤੋਂ ਸਫਰ ਕਰ ਰਹੇ ਆ ਲੋਕੀ, ਆਪਾਂ sun protection ਦਾ ਲਗਾ ਲੈਂਦੇ ਆ, then we do not protect ourselves from the the grass and stuff. People are allergic to other stuff, so bee pollen is really good for hay fever. Other than that ਤੁਸੀਂ allergy ਜਿਹੜੀ tablets ਆਪਣੇ ਨਾਲ ਕੈਰੀ ਕਰ ਸਕਦੇ ਹੋ, ਅਗਰ ਤੁਸੀਂ ਜ਼ਿਆਦਾ ਸਫਰ ਕਰਦੇ ਹੋ ਤੇ they are recommended pharmacy ਤੋਂ ਤੁਸੀਂ ਲੈ ਸਕਦੇ ਹੋ and they have the same effect as well. That's quite relief as well. You don't want to suffer ਅਗਰ ਤੁਸੀਂ holiday ਲਈ ਜਾ ਰਹੇ ਹੋ ਕਿ ਜਾਂ ਕਿਸੇ ਪਾਰਟੀ 'ਚ ਜਾ ਰਹੇ ਹੋ, you will be having watery eyes as I am very sensitive to certain things. So ਮੈਂ ਇੱਕ non drowsy, make sure they ਕਾਫੀ ਉਹਨਾਂ 'ਚ citron, so they kind of make you sleep. Lots of people do not have a hay fever tablet, so ਸੋਚਦੇ ਸਾਨੂੰ ਨੀਂਦ ਆ ਜਾਣੀ ਹੈ. So to buying the right hay fever, make sure it's non-drowsy, so it does not to make you sleepy. Yeah, no holidays. ਕਾਫੀ ਗੋਲੀਆਂ ਹੁੰਦੀਆਂ ਜਿਹੜੇ ਤੁਹਾਨੂੰ sleep ਕਰ ਦਿੰਦੀਆਂ, so you can buy the correct one ਜਿਹਨਾਂ ਨਾਲ ਤੁਹਾਨੂੰ ਨੀਂਦ ਬਣਾਵੇ ਤੇ ਤੁਹਾਨੂੰ hay fever ਹੀ ਨਾ ਹੋਊਗਾ. Yeah, that's the main point. So enjoy yourself without feeling sleepy, isn't it? ਹਾਂਜੀ, as I said, cold spray ਤੁਹਾਨੂੰ wakes you up. ਜਿੰਨਾ ਤੁਹਾਨੂੰ warm feel ਹੁੰਦਾ, ਤੁਸੀਂ it makes you slow down your body in summer. And some people say है I'm not sure ਤੁਹਾਨੂੰ ਜ਼ਿਆਦਾ ਪਤਾ ਹੈਗਾ, rose water for eyes as a eyes drop ਵੀ ਕਈ use ਕਰਦੇ ਆ, ਕਹਿੰਦੇ ਵੀ ਉਹ dry eyes ਲਈ. They do, but instead of cucumber, lots of people put it on a cotton wool and put it on your eyes. Just as a relaxation. I never seen anybody putting inside the eyes, but just top of the eyes I had. But you can buy the eye drops. As I said, ਸਸਤੀ brands ਦੇ ਮਿਲ ਜਾਂਦੇ, eye brightening drops ਹੁੰਦੇ ਆ. ਹਾਂਜੀ, so you can use them. They take all the redness from the eyes. ਅੱਖਾਂ ਕਾਫੀ ਲਾਲ ਹੁੰਦੀਆਂ ਸਮਰ ਦੇ ਵਿੱਚ, because of itching ਵੀ ਹੋ ਸਕਦੀ ਜਾਂ ਉਹਦਾ allergy. ਕਿੰਨਾ ਸੋਹਣਾ ਕੁੜੀਆਂ ਨੇ ਕੀਤਾ ਹੁੰਦਾ, ਮੁੰਡਿਆਂ ਨੇ ਇੰਨੀਆਂ ਸੋਹਣੀਆਂ ਜੈਲਸ ਵਗੈਰਾ ਲਾਈਆਂ ਹੁੰਦੀਆਂ ਆ, ਸਾਰਾ ਕੁਝ ਨਾਈਸ ਹੁੰਦਾ, ਕਲੀਨ ਸ਼ੇਵ ਹੁੰਦੇ ਆ, ਅੱਖਾਂ ਇਦਾਂ ਹੁੰਦੀਆਂ ਆ ਰੈੱਡ ਕਿੱਦਾਂ ਆਪਾਂ ਹੁਣੇ ਸੁੱਤੇ ਉੱਠ ਕੇ ਆਏ ਆ. so it's very, ਜਿਹੜੀਆਂ ਅੱਖਾਂ ਤੁਹਾਡੀਆਂ ਸਾਰੇ ਕਹਿੰਦੇ window to your soul, it attracts people. True. So you can have eye brightening drops. So वो ਘੱਟ ਲੋਕ यूज़ ਕਰਦੇ ਆ, so ਉਹ ਤੁਹਾਡੀ ਆਈਜ਼ ਐਂਡ ਵਾਈਟ ਹੁੰਦੀਆਂ, it kind of boost your energy up. ਜਿੱਦਾਂ ਅਗਰ ਤੁਸੀਂ ਸੋਹਣੇ ਲੱਗ ਰਹੇ ਹੋ ਤੇ ਨਹੀਂ ਕਿ ਇੱਕ ਹੋਰ ਆਪਾਂ ਗੱਲ ਕਰਾਂਗੇ ਵੀ ਜਦੋਂ ਕਈ ਲੋਕੀ ਜਿਹੜੇ ਹੁੰਦੇ ਆ they wear contact lenses as well. ਤੇ ਜਦੋਂ ਸਪੈਸ਼ਲੀ ਜਦੋਂ ਅਸੀਂ ਸਮਰ ਦੇ ਵਿੱਚ we have barbecue and all that, ਕਾਫੀ ਪ੍ਰੋਟੈਕਸ਼ਨ ਦੀ ਲੋੜ ਹੁੰਦੀ ਹੈ. ਰੀਸੈਂਟਲੀ ਜਦੋਂ ਲਾਸਟ ਈਅਰ ਤਾਂ ਅਸੀਂ ਬਾਰਬੀਕਿਊ ਕਰ ਨਹੀਂ ਸਕੇ, ਬਟ ਕਮਿੰਗ ਈਅਰਸ ਜਿਹੜੇ ਬੈਕ ਸੀਗੇ we had so many cases ਜਿੱਥੇ ਕਿ ਜਿਹੜੇ ਲੈਂਸਿਸ ਨੇ ਜਦੋਂ ਬਾਰਬੀਕਿਊ ਦੇ ਕੋਲ ਜਾਂਦੇ ਉਹ ਪਿਘਲ ਜਾਂਦੇ ਤੁਹਾਡੀ ਅੱਖਾਂ ਦੇ ਵਿੱਚ and melt it down. ਤੇ ਮੈਂ ਕਹਾਂਗੀ ਕਿ ਉਸ ਟਾਈਮ ਤੇ ਤੁਹਾਨੂੰ ਆਇਦਾ ਵੈਨ ਯੂ ਨੋ ਦੈਟ ਕਿ ਤੁਸੀਂ ਬਾਰਬੀਕਿਊ ਪਾਰਟੀ ਕਰਨੀ ਹੈ ਜਾਂ ਤੁਹਾਡਾ ਇਰਾਦਾ, ਆਲਵੇਜ਼ ਮੇਕ ਸ਼ੋਰ ਤੁਸੀਂ ਬਾਰਬੀਕਿਊ ਦੇ ਨੇੜੇ ਨਾ ਜਾਓ, ਬਿਕੋਜ਼ ਯੋ ਜਿਹੜੇ ਲੈਂਸਿਸ ਨੇ ਮੈਲਟ ਇਨ ਯੋਰ ਆਈਜ਼, ਗੋ ਬੈਕ ਆਫ ਯੋਰ ਆਈਜ਼, ਐਂਡ ਉਹਦੇ ਲਈ ਤੁਹਾਨੂੰ ਆਪਰੇਸ਼ਨ ਵੀ ਕਈ ਵਾਰੀ ਕਰਵਾਉਣਾ ਪੈਂਦਾ, ਵੈਰੀ ਰਿਸਕੀ. ਸੋ ਐਂਡ ਅਨਦਰ ਥਿੰਗ ਇਜ਼ ਦੈਟ ਵਿਦ ਲੈਂਸਿਸ ਦੇ ਨਾਲ ਇਹ ਵੀ ਹੈ, ਜਦੋਂ ਸੌਣ ਵੇਲੇ ਮੇਕ ਸ਼ੋਰ ਤੁਸੀਂ ਜਦੋਂ ਪਾਰਟੀ ਤੋਂ ਆਇਓ ਮੇਕ ਸ਼ੋਰ ਯੂ ਟੇਕ ਆਫ ਯੋਰ ਲੈਂਸਿਸ ਇਜ਼ ਵੈਲ. ਕਈ ਵਾਰੀ ਹੁੰਦਾ ਤੁਸੀਂ ਪਾ ਕੇ ਸੋ ਜਾਂਦੇ ਹੋ ਐਂਡ lots of cases they ਆਇਆ ਕਿ ਜਿਹੜੀ eyelid ਦੇ ਪਿੱਛੇ ਜਿਹੜੇ ਹੈ ਉਹ lenses ਚਲੇ ਜਾਂਦੇ ਹੈ and again you think I have lost it. Sometime you are seeing clearly but ਥੋੜੇ ਅਰਸੇ ਬਾਅਦ ਫਿਰ ਪਤਾ ਲੱਗਦਾ ਹੈ ਜਿਹੜੇ lenses ਨੇ behind your eyes ਨੇ and ਫਿਰ ਉਹਦੇ ਲਈ ਵੀ ਤੁਹਾਨੂੰ operate ਕਰਨ ਦੀ ਲੋੜ ਪੈਂਦੀ ਹੈ. So make sure ਜਦੋਂ ਤੁਸੀਂ parties summer ਦੇ ਵਿੱਚ if you wearing lenses or you going to beach or anything, ਉਸ time ਤੇ ਜਿਹੜੀ sun rays ਜਿਹੜੀ ਹੈਗੀਆਂ ਕਾਫੀ ਹੁੰਦੀਆਂ high and the lenses can melt in your eyes, so always protection ਦੀ ਇੱਥੇ ਲੋੜ ਹੈਗੀ ਹੈ unless it's protected from a rays. ਇੱਕ ਹੋਰ ਵੀ ਮੈਂ ਟਿਪ ਦੇ ਸਕਦੀ ਹਾਂ, ਜਿਹੜੇ ਤਾਂ ਇੱਕ ਸਬਸਕ੍ਰਿਪਸ਼ਨ ਲੈਂਸਿਸ ਹੁੰਦੇ ਆ, ਹਾਂਜੀ, ਉਹ ਸਬਸਕ੍ਰਾਈਬ ਕੀਤੇ ਹੁੰਦੇ ਆ, ਉਹਨਾਂ ਤੋਂ ਬਿਨਾਂ ਆਪਾਂ ਨੂੰ ਦਿਸਣਾ ਹੀ ਨਹੀਂ ਹੈਗਾ. ਦੋ ਚੀਜ਼ਾਂ ਹੋ ਸਕਦੀਆਂ, ਇੱਕ ਤਾਂ ਜਿਹੜੇ ਕਲੀਅਰ ਲੈਂਸਿਸ ਆ ਉਹਨਾਂ ਨੂੰ ਅਵੋਇਡ ਕਰਨਾ ਚਾਹੀਦਾ, ਸਪੈਸ਼ਲੀ ਜਦੋਂ ਥੋੜ੍ਹੀ ਏਜ ਹੋ ਜਾਂਦੀ ਹੈ ਆਪਾਂ ਨੂੰ ਫੋਰਗੈਟ ਕਰ ਲੈਂਦੇ ਕਿ ਆਪਾਂ ਲੈਂਸ ਪਾਇਆ ਅੱਖ 'ਚ ਕਿ ਨਹੀਂ ਪਾਇਆ, ਬਿਕੋਜ਼ ਦੇ ਕਾਫੀ ਕਲੀਅਰ ਹੁੰਦੇ ਆ, ਡਿਸਪੇਅਰ ਹੀ ਹੋ ਜਾਂਦੇ ਅੱਖ ਦੇ ਵਿੱਚ. ਉੱਥੋਂ ਕਾਫੀ ਸਮਟਾਈਮ ਦੋ ਲੈਂਸ ਪਾ ਲੈਂਦੀਆਂ ਲੇਡੀਜ਼, they didn't realize ਕਿ ਜਿਹੜਾ ਪਹਿਲਾਂ ਵੀ ਵਿੱਚ they don't see because they're so clear. Make sure they are slightly tinted, so ਜੇ ਅੱਖ 'ਚ ਕਿਤੇ ਲੈਂਸ ਇੱਧਰ ਉੱਧਰ ਹੈਗਾ ਵੀ ਆ they can see easily to take it out. That's a good point. And for the barbecue, why people go to Oculus, because
ਆਪਣੇ ਜਿਹੜੇ ਏਸ਼ੀਅਨ ਲੋਕ ਹੀ ਆ ਬਾਰਬੀਕਿਊ ਲਈ ਪ੍ਰਪੇਅਰਡ ਨਹੀਂ ਹੁੰਦੇ। ਹੈਵ ਦ ਰਾਈਟ ਇਕਵਿਪਮੈਂਟਸ, ਤੁਹਾਨੂੰ ਲੌਂਗ ਸਟਿਕਸ ਮਿਲ ਜਾਂਦੀਆਂ ਵੈਨ ਯੂ ਟਰਨ, ਸੋ ਯੂ ਡੋਂਟ ਹੈਵ ਟੂ ਗੋ ਟੂ ਕਲੋਜ਼ ਐਂਡ ਯੂ ਕੈਨ ਆਲਵੇਜ਼ ਵੇਅਰ ਇੰਸਟੈਡ ਆਫ ਲੈਂਸਿਸ ਯੋਰ ਗਲਾਸਿਸ ਵੇਅਰ ਕਰ ਸਕਦੇ ਆ। ਇਨ ਅ ਸਮਰ ਯੂ ਕੈਨ ਵੇਅਰ ਸਨ ਗਲਾਸਿਸ, ਬਟ ਯੂ ਕੈਨ ਵੇਅਰ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ UV ਰੇਜ਼। ਸੋ ਯੂ ਕੈਨ ਸਪੈਸ਼ਲ, ਜਿੰਨੇ ਲੈਂਸ ਐਕਸਪੈਂਸਿਵ ਹੁੰਦੇ ਆ ਉਨੇ ਹੀ ਗਲਾਸਿਸ ਸਸਤੀਆਂ ਮਿਲ ਜਾਂਦੀਆਂ। ਇੱਕ ਪੈਰ ਨਾਲ ਜ਼ਰੂਰ ਰੱਖੋ। ਆਪਾਂ ਅਗਲੇ ਨੂੰ ਕਹਿ ਦਈਏ ਕਿ ਤੁਸੀਂ ਲੈਂਸ ਨਹੀਂ ਪਾਉਣੇ ਹੈਗੇ, ਬਾਰਬੀਕਿਊ ਨਹੀਂ ਕਰਨਾ, ਮੈਂ ਦੇਖਣਾ ਕਿੱਦਾਂ ਜੀ। ਸੋ ਦੇ ਕੈਨ ਵੇਅਰ ਦ ਪ੍ਰਿਸਕ੍ਰਿਪਸ਼ਨ ਗਲਾਸਿਸ for the barbecue. Just have the right the charcoal. Charcoal ਨਹੀਂ ਆਪਾਂ ਦੇਖ make sure the pre-lit charcoal ਜਿਹੜੇ ਹੁੰਦੇ ਆ, so it's protect yourself. There's different way of protecting it. Yes, sometimes it's you know prescribe ਜਿਹੜੇ lenses ਹੁੰਦੇ ਆ ਉਹਨਾਂ ਦੀ ਕਈ ਵਾਰੀ ਅਸੀਂ ਕਲਰ ਜਿਹੜਾ ਕੰਟਰੀਬਿਊਟ ਕਰਨ ਵਾਸਤੇ ਆਪਣੇ ਆਪ ਨੂੰ ਸੋਹਣਾ ਦਿਖਣ ਵਾਸਤੇ ਵੀ ਕਰਦੇ ਆ। ਸੇਮ ਰੂਲਸ goes for everything actually. ਕਈ ਹੁਣ ਮੈਂ ਮਿਲਦੀਆਂ people they don't like different color, they want to be have natural as possible, but they can have slightly tinted lenses. ਥੋੜਾ ਜਿਹਾ ਫਰਕ ਹੁੰਦਾ ਉਹਨਾਂ ਦੀਆਂ ਅੱਖਾਂ ਤੋਂ, but they can see better ਕਿੱਥੇ ਗਿਆ ਕਿੱਥੇ ਨਹੀਂ। ਮੇਰੀ godmother ਹੈਗੇ ਆ, so she's Irish, ਕਿੰਨੇ ਉਹ ਪਾ ਲੈਂਦੇ ਦੋ ਕਈ ਵਾਰੀ, so I have to take it out for her, you know. Oh my god. So that's the best advice actually, you know. You can have a little bit tinted and ਥੋੜੇ ਜਿਹੇ and plus in the summer go for daily wear. monthly ਜਿਹੜੇ prescriptions ਸੀ ਉਹਨਾਂ ਨੂੰ avoid ਕਰੋ। ਜਿਹੜੇ ਡੇਲੀ ਵੇਅਰ ਸੇ ਐਟਲੀਸਟ ਯੂ ਕੈਨ ਟੇਕ ਦਮ ਆਊਟ ਐਂਡ ਯੂ ਕੈਨ ਨਿਊ ਪੈਰ ਐਵਰੀ ਡੇ। ਉਹਨਾਂ ਦੀ ਕੋਸਟ ਇਫੈਕਟਿਵ ਸੇਮ ਹੀ ਹੁੰਦੀ ਹੈ। ਜਿਹੜਾ ਮੰਥਲੀ ਹੁੰਦੇ ਆ ਯੂ ਹੈਵ ਟੂ ਕੀਪ ਦ ਸੇਮ ਲੈਂਸਿਸ ਫॉर 1 month, ਯੂ ਟੇਕ ਆਊਟ, ਯੂ ਵਾਸ਼ ਇਟ, ਪੁੱਟ ਇਟ ਬੈਕ ਇਨ ਅਗੇਨ। ਸੋ ਇਫ ਇਟਸ ਡੇਲੀ ਵਨ ਐਂਡ ਯੂ ਡੋਨਟ ਹੈਵ ਟੂ, ਇਜ਼ ਲੈਸ ਵਰਕ, ਸਪੈਸ਼ਲੀ ਜਦ ਥੱਕੇ ਆਏ ਆ ਜਾਂ ਸਨ ਨਾਲ ਕਾਫੀ ਡੈਮੇਜ ਹੋਏ ਹੋ, ਲੈਂਸ ਟੇਕ ਆਊਟ, ਪੁੱਟ ਇਨ ਦ ਬਿਨ। So it's right away, you know, naale protection jada, cleanness jada, it's, you know, like gloves, throw it, use it and throw it away. And as long as you know your prescription, minus plus je thade ko thada correct prescription ਬਹੁਤ ਇੰਪੋਰਟੈਂਟ। ਆਪਾਂ ਜਾਂਦੇ ਆ, ਸੌਰੀ ਡੈਂਟਿਸਟ ਕਹਿ ਦਿੱਤਾ, ਆਪਾਂ ਜਾਂਦੇ ਆ ਆਪਟੀਸ਼ਨ ਦੇ, ਆਪਾਂ ਆਪਣੀ ਜਿਹੜੀ ਪ੍ਰਿਸਕ੍ਰਿਪਸ਼ਨ ਆ ਪੇਪਰ ਦਾ ਸਮਝ ਨਹੀਂ ਲੱਗਦੀ ਆਪਾਂ ਨੂੰ। ਉੱਤੇ ਲਿਖਿਆ ਹੁੰਦਾ ਲੈਫਟ ਰਾਈਟ 0 ਪੁਆਇੰਟ ਕੀ, ਤੁਹਾਨੂੰ ਉੱਥੇ ਲਿਖਿਆ ਹੁੰਦਾ ਕਿ ਤੁਹਾਡੀ ਆਈ ਸਾਈਟ 'ਚ ਕਿੰਨਾ ਫਰਕ ਆ। ਯੂ ਕੈਨ ਗੋ ਔਨਲਾਈਨ ਕੰਪੇਅਰ ਦ ਲੈਂਸਿਸ, ਬਹੁਤ ਜ਼ਿਆਦਾ ਸਸਤੇ ਅੱਜ ਕੱਲ੍ਹ ਮਿਲ ਜਾਂਦੇ ਆ। ਲੋਕਲ ਜਿਹੜੇ ਸਟੋਰਸ ਆ ਤੁਹਾਨੂੰ ट्रिपल प्राइसेस चार्ज कर रहे हैं। Oh dear. So it's very big scam. Local ਜਿਹੜੇ shops are, make sure you need to go to the optician to make sure what you need, right size, right number. Once you got your right number, order them online. So it's better because you can compare the price as well. More likely it's easier ਤੁਸੀਂ ਆਪਣੀ better deals ਬਣਾ ਸਕਦੇ ਹੋ। ਥੋੜਾ ਜਿਹਾ adults ਦੇ ਬਾਰੇ ਅਸੀਂ ਗੱਲ ਕੀਤੀ, ਥੋੜੀ ਜਿਹੀ ਗੱਲ ਕਰਾਂਗੇ ਕਿ ਬੱਚੇ ਜਦੋਂ ਆਪਾਂ ਸਮਰ ਹੁੰਦੀ ਹੈ we prepare as a barbecue especially and swimming pools ਵਗੈਰਾ ਹੋ ਗਏ, ਉਹਨਾਂ ਤੇ ਸਾਨੂੰ ਕਾਫੀ ਧਿਆਨ ਰੱਖਣ ਦੀ ਲੋੜ ਹੈ, ਸਪੈਸ਼ਲੀ ਜਦੋਂ ਬੱਚੇ ਛੋਟੇ ਹੁੰਦੇ ਆ। we have to make sure that ਕਿ ਪੂਲ ਜਿਹੜਾ ਸੇਫ ਹੋਏ all around ਬੱਚੇ ਦੇ ਲਈ। ਕਈ ਵਾਰੀ ਸਲਿਪ ਹੋ ਜਾਂਦਾ ਕਿਉਂਕਿ ਅੰਡਰ 6 ਜਿਹੜੇ ਹੈਗੇ ਬੱਚੇ ਜਲਦੀ ਛੋਟੇ ਪੂਲਸ ਦੇ ਵਿੱਚ ਡਰੋਨ ਹੋ ਸਕਦੇ ਨੇ। ਸੋ ਜਿਹੜੇ ਸੇਫਟੀ ਰੂਲਸ ਨੇ ਉਹਦੇ, ਈਵਨ ਦੋ ਲਾਈਫ ਗਾਰਡ ਉੱਥੇ ਹੋਏ ਜਾਂ ਨਾ ਹੋਏ, ਉਹਦਾ ਯੂ ਨੋ ਚਿਲਡਰਨਸ ਜਿਹੜੇ ਆ ਵੀ 1 ਮਿੰਟ ਸਾਡੀ ਅੱਖਾਂ ਦੇ ਸਾਹਮਣੇ, ਦੂਸਰੇ ਮਿੰਟ ਵੀ ਡੋਂਟ ਨੋ। ਸੋ ਆਲਵੇਜ਼ ਮੇਕ ਸ਼ੋਰ ਜੇਕਰ ਤੁਹਾਡੇ ਘਰ ਦੇ ਵਿੱਚ ਪਾਉਂਡ ਹੈ ਜਾਂ ਸਵੀਮਿੰਗ ਪੂਲ ਬਣਿਆ ਹੋਇਆ ਹੈ, ਦੇਰ ਇਜ਼ ਅ ਸੇਫਟੀ ਰੈਗੂਲੇਸ਼ਨ। ਅਗਰ ਤੁਹਾਡੇ ਘਰ ਰਿਸ਼ਤੇਦਾਰ ਆਉਂਦੇ ਆ, ਉਹਨਾਂ ਦੇ ਬੱਚੇ ਨੇ, ਤੇ ਉਹ ਸੇਫਟੀ ਜ਼ਰੂਰ ਆਪਣੇ ਘਰ ਦੇ ਵਿੱਚ ਰੱਖੋ ਤਾਂ ਕਿ ਬੱਚਾ ਜਿਹੜਾ ਉਹਦੇ ਵਿੱਚ ਡਰੋਨ ਨਾ ਹੋ ਸਕੇ। ਐਜ਼ ਆਈ ਸੇ ਅੰਡਰ 6 year old ਜਿਹੜੇ ਆ ਉਹ ਕਾਫੀ ਰਿਸਕ ਦੇ ਵਿੱਚ ਹੁੰਦੇ ਆ ਐਂਡ ਦੇਰ ਇਜ਼ ਮੈਨੀ ਇਨਸੀਡੈਂਟ ਹੈਪਨ, ਵੀ ਨੋ ਦੈਟ, ਐਂਡ ਬੱਚਿਆਂ ਦੀ ਸੇਫਟੀ ਸਾਡੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਐਂਡ ਸੇਮ ਗੋ ਵਿਦ ਬਾਰਬੀਕਿਊ ਇਜ਼ ਵੈਲ, ਆਲਵੇਜ਼ ਮੇਕ ਸ਼ੋਰ ਬੱਚੇ ਜਿਹੜੇ ਆ ਥੋੜੇ ਬਾਰਬੀਕਿਊ ਤੋਂ ਦੂਰ ਰਹਿਣ, ਸਪੈਸ਼ਲੀ ਇਫ ਦੇ ਆਰ ਅੰਡਰ 10 years or 6 year, these are the main age ਜਿਨ੍ਹਾਂ ਨੂੰ ਜ਼ਿਆਦਾ ਬਰਨ ਜਿਹੜੇ ਹੈਗੇ ਆ ਬਾਰਬੀਕਿਊ ਤੋਂ ਹੋਏ ਨੇ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈਗਾ, ਸਪੈਸ਼ਲੀ ਫॉर ਚਿਲਡਰਨਸ। ਜਦੋਂ ਤੁਹਾਡੇ ਘਰ ਬੱਚੇ ਆਏ ਹੋਣ, ਕਈ ਵਾਰੀ ਸਾਡੇ ਬੱਚੇ ਨਹੀਂ ਹੁੰਦੇ ਬਟ somebody else come, we don't know how they're going to be. ਆਪਾਂ ਇੰਨੇ ਬਿਜ਼ੀ ਹੋ ਜਾਂਦੇ ਆ, ਆਪਾਂ ਐਕਸਾਈਟਡ ਹੋ ਜਾਂਦੇ ਆ, we all get, I get excited too. Yeah. Because the time ਹੁੰਦਾ, you are, you know, summer time we got children's mainly ਛੁੱਟੀਆਂ ਹੁੰਦੀਆਂ ਬੱਚਿਆਂ ਨੂੰ। best way what I would recommend to the parents, ਜਦੋਂ ਵੀਕਐਂਡ ਐਕਸਾਈਟਡ ਹੁੰਦੇ, ਫਰੈਂਡਸ ਕਿਤੇ ਕਿਤੇ ਮਿਲਦੇ ਆ, ਗੱਲਾਂ ਤਾਂ ਕਰਨੀਆਂ ਹੁੰਦੀਆਂ, ਯੂ ਸਿਟ ਬਾਏ ਦ ਬਾਰਬੀਕਿਊ, ਯੂ ਸਿਟ ਬਾਏ ਦ ਪੂਲ। ਵਾਈ ਵੀ ਹੈਵ ਟੂ ਸਿਟ ਇਨਸਾਈਡ ਐਂਡ ਕਿਡਸ ਹੈਵ ਟੂ ਪਲੇ ਆਊਟਸਾਈਡ? Sit by the pool. Why not? Just let them play. Sit by. So where is the more danger area? You guys sit there. Adults should sit there. So there is protection. Another ਜਿੱਥੇ risk ਲੱਗੇ ਉੱਥੇ ਤੁਸੀਂ ਆਪ ਬੈਠੇ ਹੋਗੇ ਤੇ ਤੁਹਾਨੂੰ ਪਤਾ ਹੋਏਗਾ ਅਗਰ ਬੱਚਾ ਆ ਰਿਹਾ you can stop them or make sure somebody is there to look after that place. ਅਗਰ barbecue ਹੋਣਾ ਹੈ ਜਾਂ you know ਕੋਈ ਨਾ ਕੋਈ ਉੱਥੇ ਹੋਏ either swimming pool ਦੇ ਕੋਲ ਜਾਂ pond ਦੇ ਕੋਲ ਜਿੱਥੇ ਕੀ protection ਲਈ ਕੋਈ ਬੱਚੇ ਆ ਜਾਂਦੇ, ਕਾਫੀ ਸਸਤੇ ਹੁੰਦੇ ਆ ਉਹ, they can put the armbands and stuff. ਨਿਆਣੇ ਦੇ ਪਹਿਲੀ ਲਗਾ ਦੋ just for fun. You know, the kids love it. Just even if they jump in the pool, at least they are safe. Yeah, because ਕਈ ਵਾਰੀ ਆਪਾਂ ਕੋਲ ਬੈਠੇ ਵੀ ਹੋਏ ਨਿੱਕੀ
ਤੇ ਸਾਨੂੰ ਗੱਲਾਂ 'ਚ ਅਸੀਂ ਇੰਨੇ ਰੁੱਝੇ ਹੁੰਦੇ ਆ ਹਨਾ ਵੀ ਫੋਰਗੇਟ ਹੁਣ ਕਈ ਵਾਰੀ ਹੁੰਦਾ ਕਿ ਲਾਈਕ ਵੀ ਮੇਕਿੰਗ ਚਾਹ ਹਨਾ ਕੋਈ ਆਇਆ ਹੋਇਆ ਚਾਹ ਉਬਲਦੀ ਰਹਿੰਦੀ ਹੈ ਵੀ ਸਟਰ ਮਸਟ ਮੁੜ ਕੇ ਜਦੋਂ ਸਮੈਲ ਆਉਂਦੀ ਹੈ ਗॉड ਚਾਹ ਤਰੀ ਹੋਈ ਸੀਗੀ that happened to me few times so that's why I'm giving that example so ਚਾਹ ਬਹੁਤ ਪਤੀਲੇ ਬਹੁਤ ਖਰਾਬ ਕਰਦੇ ਵੇ ਅੱਜ ਕੱਲ੍ਹ ਇਹ ਕੀ ਕਰੀਏ because most of my friends are na they like tea ਚਾਹ ਅਦਰਕ ਵਾਲੀ ਨਾਈਸ ਲੱਗਦੀ ਹੈ ਜਿੰਨੇ ਮਰਜ਼ੀ ਅਸੀਂ ਇੱਕ ਦਿਨ ਪਲਾਨ ਬਣਾਉਣਾ ਪੈਣਾ ਬਲਵੀਰ ਜੀ ਦੇ ਘਰੇ ਹੈ ਨਾ ਚਾਹ ਪੀਣ ਦਾ you are most welcome so these are the things ਹੈ ਨਾ ਬੱਚਿਆਂ ਦੀ ਸੇਫਟੀ ਬਹੁਤ ਜ਼ਰੂਰੀ ਹੁੰਦੀ ਹੈ as they are at home and make sure ਜਦੋਂ ਤੁਸੀਂ ਬੱਚਿਆਂ ਨੂੰ ਵੀ ਕਿਤੇ ਲੈ ਕੇ ਜਾਂਦੇ ਹੋ ਔਰ ਅਸੀਂ ਸੋਚਦੇ ਹਾਂ ਬੱਚਿਆਂ ਦੀ ਸਕਿਨ ਜਿਹੜੀ ਹੈਗੀ ਹੈ ਠੀਕ ਹੈਗੀ ਹੈ they don't need anything on their skin but it's very important because ਆਪਣੇ ਜਿੰਨੇ ਇੰਡੀਅਨ ਹੈਗੇ ਆ ਸਾਡੀ ਸਕਿਨ ਬਰਾਊਨ ਹੁੰਦੀ ਹੈ ਉਹਦੇ ਵਿੱਚ ਸਾਨੂੰ ਵੀ ਜ਼ਰੂਰਤ ਹੁੰਦੀ ਹੈ ਜਿਹੜੇ ਯੂਵੀ ਰੇਜ਼ ਹੁੰਦੀਆਂ ਉਹਨਾਂ ਤੋਂ ਪ੍ਰੋਟੈਕਸ਼ਨ ਦੀ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਗੋਰਿਆਂ ਨੂੰ ਹੀ ਲੋੜ ਹੈਗੀ ਹੈ ਬਟ ਜਿਹੜੇ ਜਿੰਨੇ ਡਾਰਕ ਸਕਿਨ ਹੈ ਉਹਨਾਂ ਨੂੰ ਵੀ ਲੋੜ ਹੁੰਦੀ ਹੈਗੀ ਹੈ ਯੂਵੀ ਰੇਜ਼ ਜਿਹੜੀ ਹੈਗੀਆਂ ਕਾਫੀ ਸਾਨੂੰ ਚਾਹੀਦੇ ਨਹੀਂ ਹੁੰਦੇ ਜੋ ਕਿ ਸਾਡੀ ਬਾਡੀ ਦੇ ਵਿੱਚ ਐਂਟਰ ਸਕਿਨ ਦੇ ਥਰੂ ਹੋ ਸਕਦੇ ਆ ਐਂਡ ਕੈਂਸਰ ਦੀ ਸ਼ਿਕਾਇਤ ਸਿਰਫ ਗੋਰਿਆਂ ਨੂੰ ਨਹੀਂ ਹੁੰਦੀ ਸਾਡੇ ਜਿੰਨੇ ਵੀ ਇੰਡੀਅਨ ਹੈ ਉਹਨਾਂ ਨੂੰ ਵੀ ਹੋ ਰਹੀ ਹੈ ਸੋ ਇਸ ਲਈ ਸਪੈਸ਼ਲੀ ਸਕਿਨ ਕੇਅਰ ਦੇ ਲਈ ਅਸੀਂ ਇਹ ਪ੍ਰੋਗਰਾਮ ਰੱਖਿਆ ਬਿਕੋਜ਼ ਵੀ ਸੀਨ ਲਾਟਸ ਆਫ ਜਿਹੜਾ ਸਕਿਨ ਕੈਂਸਰ ਹੈ ਆਪਣੇ ਏਸ਼ੀਆਨਾ ਦੇ ਵਿੱਚ ਵੀ ਆ ਰਿਹਾ ਹੈਗਾ ਸੋ ਉਹ ਪ੍ਰੋਟੈਕਸ਼ਨ ਨਹੀਂ ਅਸੀਂ ਕਰ ਰਹੇ ਹੈਗੇ ਤਾਂ ਕਰਕੇ ਸੋਚਦੇ ਆ ਕਿ ਜਿਹੜੇ ਜ਼ਿਆਦਾ ਵਾਈਟ ਸਕਿਨ ਹੈ ਉਹ ਵੀ ਜ਼ਿਆਦਾ ਬਰਨ ਹੁੰਦੀ ਆ ਬਟ ਦੈਟਸ ਨਾਟ ਦ ਕੇਸ ਦ all skins get burnt but we all have to be be careful because olden days sun wasn't used to be that strong even 2 months sun comes out in England but still it's quite strong you feel because our area is so clean ਇਹ ਹੁੰਦਾ ਵੀ ਕਈ ਕੰਟਰੀਆਂ 'ਚ ਅਸੀਂ ਜਾਂਦੇ ਆ ਉੱਥੇ ਅਸੀਂ ਲੱਗਦਾ ਵੀ sun ਜਿਹੜਾ ਹੈਗਾ it's not that sharp but ਉਹ polluted ਹੁੰਦਾ ਤਾਂ ਕਿ ਉਹ ਕਵਰ ਹੋ ਜਾਂਦੀ ਹੈ waves ਜਿਹੜੀਆਂ ਹੁੰਦੀਆਂ ਪਰ ਇੰਗਲੈਂਡ ਦੇ ਵਿੱਚ ਇੰਨਾ polluted ਨਹੀਂ ਹੈ ਸੋ ਜਿਹੜੇ rays ਨੇ ਕਾਫੀ hit you sharply as Nikki is saying sharply hit ਕਰਦੇ because it's so clean as I said it damage your body through your clothes if you're not wearing the right clothes protection cream ਤਾਂ ਆਪਾਂ ਲਗਾਣੀ ਹੈ then make sure put the right clothes as well to protect your skin ਇਹਦੇ ਨਾਲ ਇਹ ਵੀ ਦੱਸਦੀ ਕਿ ਜਦੋਂ ਤੁਸੀਂ sun ਦੇ ਵਿੱਚ ਲੇਟਦੇ ਹੋ especially for your eyes don't look direct to sun ਉਹਦੇ ਨਾਲ ਕੈਟਰੈਕਟ ਹੋਣ ਦੀ ਵੀ ਪ੍ਰੋਬਲਮ ਹੁੰਦੀ ਹੈ ਕਈਆਂ ਨੂੰ ਕੈਟਰੈਕਟ ਜਿਹੜਾ ਹੈ ਥਰੂ ਅਸੀਂ ਸੋਚਦੇ ਆ ਵੀ ਉੱਦਾਂ ਹੁੰਦਾ ਏਜ ਦੇ ਨਾਲ ਬਟ ਕਈ ਕੈਟਰੈਕਟਸ ਜਿਹੜੇ ਹੁੰਦੇ ਆ ਜਦੋਂ ਅਸੀਂ ਡਾਇਰੈਕਟ ਲਾਈਟ ਜਿਹੜੀ ਹੁੰਦੀ ਹੈ sun ਦੀ ਦੇਖਦੇ ਆ ਉਹਦੇ ਨਾਲ ਵੀ ਕੈਟਰੈਕਟ ਦੀ ਪ੍ਰੋਬਲਮ ਹੋ ਸਕਦੀ ਹੈਗੀ ਹੈ ਸੋ ਮੇਕ ਸ਼ੋਰ ਯੂ ਆਲਵੇਜ਼ ਵੇਅਰਿੰਗ ਗਲਾਸਿਸ ਐਂਡ ਡੋਂਟ ਲੁੱਕ ਡਾਇਰੈਕਟ ਟੂ sun as well ਸੂਰਜ ਨੂੰ ਸਾਹਮਣੇ ਉਹਦੀ ਨੰਗੀ ਅੱਖਾਂ ਦੇ ਨਾਲ ਨਾ ਦੇਖੋ ਦੱਸੋ ਸਵੇਰੇ ਸੂਰਜ ਦੇਵਤਾ ਨੂੰ ਮੱਥਾ ਟੇਕ ਲਿਆ ਹਾਂ ਸਵੇਰੇ ਜਿਹੜਾ ਮੱਥਾ ਟੇਕ ਲਿਆ that's the main thing ਹੋਰ ਕੁਝ ਇਹਦੇ ਵਿੱਚ ਆਪਾਂ ਕਵਰ ਕਰਨਾ ਹੈਗਾ makeup for the summer I was thinking ਯੈਸ ਸਨ ਕਰੀਮ ਜਿਹੜੀ ਹੈਗੀ ਕਈ ਵਾਰੀ ਅਸੀਂ ਸੋਚਦੇ ਵੀ ਸਵੀਮਿੰਗ ਜਦੋਂ ਅਸੀਂ ਬੀਚ ਤੇ ਜਾਂਦੇ ਆ ਪਹਿਲੇ ਅਸੀਂ ਸਨ ਕਰੀਮ ਲਗਾਈ ਹੁੰਦੀ ਹੈ ਬਟ ਇਹ ਬਹੁਤ ਜ਼ਰੂਰੀ ਹੈ ਜਦੋਂ ਤੁਸੀਂ ਬੀਚ ਤੇ ਜਾ ਕੇ ਵਾਪਸ ਆਉਂਦੇ ਹੋ ਸਵੀਮਿੰਗ ਕਰਦੇ ਹੋ ਜਾਂ ਉਸ ਤੋਂ ਬਾਅਦ ਵੀ ਜਿਹੜੀ ਕਰੀਮ ਹੈ ਉਹ ਲਗਾਉਣ ਦੀ ਬਹੁਤ ਆਵਸ਼ਕਤਾ ਹੁੰਦੀ ਹੈ ਕਿਉਂਕਿ ਉਹ ਜਦੋਂ ਤੁਸੀਂ ਬਾਥ ਲੈਂਦੇ ਹੋ ਜਾਂ ਸਵੀਮਿੰਗ ਕਰਦੇ ਹੈਗੇ ਹੋ ਤੇ ਉਹ ਜਿਹੜੀ ਕਰੀਮ ਹੈਗੀ ਹੈ ਉਹ ਵਾਸ਼ ਆਊਟ ਹੋ ਜਾਂਦੀ ਹੈ ਸੋ ਯੂ ਡੂ ਨੀਡ ਸਪੈਸ਼ਲੀ ਵੈਨ ਦੇ ਗੋ ਇਨਟੂ ਦ ਸੀ ਉਹ ਤੇ ਪਾਣੀ ਨਾ ਸਟਰੋਂਗ ਸੋਲਟੀ ਹੁੰਦਾ it warms out straight away even ਜੇ ਕਿਸੇ spray tanning ਵੀ ਆ straight away it takes off so as I said spray ਦੀਆਂ ਜਿਹੜੇ bottles ਮਿਲ ਜਾਂਦੇ you can have a spray sun screen as well so you can spray your body again just go for it yes so ਜ਼ਰੂਰ ਮੇਕ ਸ਼ੋਰ ਕਰੋ ਵੀ ਜਦੋਂ ਤੁਸੀਂ ਸਵੀਮਿੰਗ ਜਾਂ ਫਿਰ ਸੀ ਜਾਣਾ ਹੈਗਾ ਤੇ you got protection before and once you out from that water ਉਹ ਫਿਰ ਤੁਹਾਨੂੰ ਦੁਬਾਰਾ ਪ੍ਰੋਟੈਕਸ਼ਨ ਜਿਹੜੀ ਹੈ ਉਹਦੀ ਲੋੜ ਪੈਂਦੀ ਹੈਗੀ ਸਵੀਮਿੰਗ ਤੋਂ ਬਾਅਦ and after coming out from the sea as well so both ਇਹ ਸਾਡਾ ਕਵਰ ਅਪ ਗਿਆ ਹੁਣ ਥੋੜੀ ਜਿਹੀ ਗੱਲ ਕਰਾਂਗੇ ਵੀ ਸਾਡੇ ਜਿਹੜੇ ਲੇਡੀਜ਼ lots of parties going on in July time, August time. Summer started. Summer parties we can say, or garden parties we call it. Garden parties. So ਇਹ ਹੈ ਕਿ ਰਿਸ਼ਤੇਦਾਰਾਂ ਦੇ ਨਾਲ garden party ਸਮੋਸਾ parties ਵੀ ਹੋ ਜਾਂਦੀਆਂ parties ਹੋ ਜਾਂਦੀਆਂ ਹਾਂਜੀ ਹੋ ਜਾਂਦੀਆਂ so ਉਹਦੇ ਲਈ what kind of things we should prepare ourselves for ਕੀ ਚੀਜ਼ਾਂ ਸਾਨੂੰ ਦੇਖਣੀਆਂ ਚਾਹੀਦੀਆਂ starting with our makeup what kind of makeup we should use it because ਕਈ ਵਾਰੀ ਕੀ ਹੁੰਦਾ ਕਿ ਅਸੀਂ summer ਹੈਗੀ ਹੈ ਧੁੱਪ ਨਿਕਲੀ ਪਰਸੀਨਾ ਸਾਰਾ ਮੇਕਅਪ ਇਟ ਲੁਕਸ ਰੀਲੀ ਹੌਰਿਬਲ ਆਪਾਂ ਕਾਫੀ ਏਜਨ ਜਿਹੜੇ ਆਪਾਂ ਪ੍ਰਾਈਮਰਸ ਵਗੈਰਾ ਨਹੀਂ ਯੂਜ਼ ਕਰਦੇ ਹੈਗੇ ਸੋ ਜਿਹੜਾ ਆਇਲ ਫ੍ਰੀ ਮੋਇਸਚਰਾਈਜ਼ਰ ਵੀ ਆਇਲ ਫ੍ਰੀ ਰੱਖਣਾ ਚਾਹੀਦਾ ਬਿਕਾਜ਼ ਐਜ਼ ਅ ਸੈਡ ਵਿੰਟਰ ਵਿੱਚ ਡਿਫਰ ਮੇਕਅਪ ਹੁੰਦਾ ਜੋ ਸਮਰ ਚ ਹੁੰਦੇ ਸਾਰਾ ਮੇਕਅਪ ਹੀ ਆਪਣਾ ਇੱਕ kind of washes out it's like with your clothes is coming like oh my god ਇਹ ਆਪਣੇ ਏਜਨ ਆਪਣੇ ਲੇਡੀਜ਼ ਵਿੱਚ ਡਾਂਸ ਵੀ ਬਹੁਤ ਟੱਪੜਾ ਵੀ ਬਹੁਤ ਹੁੰਦਾ ਸੋ ਇਹ ਨੈਚੁਰਲੀ ਹੈਪਨਸ ਸੋ ਜਿਹੜਾ ਮੋਇਸਚਰਾਈਜ਼ਰ ਆਇਲ ਫ੍ਰੀ ਮੋਇਸਚਰਾਈਜ਼ਰ ਜ਼ਰੂਰੀ ਹੈ ਹਾਂਜੀ ਐਂਡ ਇੱਕ ਆਇਲ ਫ੍ਰੀ ਪ੍ਰਾਈਮਰਸ ਹੁੰਦਾ ਹੈ ਬਿਫੋਰ ਮੇਕਅਪ ਯੂ ਪੁੱਟ ਯੂ SP30 or 50 ਜਿਹੜਾ ਵੀ ਉਹਨਾਂ ਨੂੰ ਸੂਟ ਕਰਦਾ ਹਾਂਜੀ ਆਫਟਰ ਦੈਟ ਪ੍ਰਾਈਮਰ ਇਜ਼ ਵੈਰੀ ਇੰਪੋਰਟੈਂਟ ਡੋਂਟ ਲੇਅਰ ਆਫ ਟੂ ਮਚ ਮੇਕਅਪ
very little tinted moisturizer oil free ਮਿਲ ਜਾਂਦਾ, so avoid any highlighters। ਸਮਰ ਸਟਾਰਟ ਹੋ ਜਾਂਦੀ, ਆਪਾਂ ਜਿਹੜਾ ਵਿੰਟਰ ਵਾਲਾ ਮੇਕਅਪ ਨਹੀਂ ਛੱਡ, ਫਿਰ ਵੀ ਆਪਾਂ ਹਾਈਲਾਈਟਰਸ, ਜਿਹੜੇ ਹਾਈਲਾਈਟਰਸ ਹੁੰਦੇ ਨੇ ਇੰਨਾ ਸ਼ਿਮਰ ਹੁੰਦਾ, ਫੇਸ ਲੁੱਕ ਮੋਰ ਸ਼ਾਈਨਿੰਗ ਐਂਡ ਮੋਰ ਇਟ ਲੁਕਸ ਲਾਈਕ ਜ਼ਿਆਦਾ ਪਸੀਨਾ ਆਇਆ ਹੋਇਆ ਆ। Yeah, that's so true. So it's because of the shine ਇੰਨੀ ਆਪਾਂ ਸ਼ਾਈਨ ਨਹੀਂ, ਫੇਸ ਇੱਦਾਂ ਚਮਕਦਾ ਹੁੰਦਾ ਹੈ ਕਿ the stars, you know, so it looks like ਆਪਾਂ ਨੂੰ ਜ਼ਿਆਦਾ ਸਵੈਟਿੰਗ ਹੋਈ ਹੋ ਫੇਸ ਤੇ। so go for oil free stuff। you can wear bronzer ਵੀ ਆਪਾਂ ਹੁਣ ਥੋੜਾ ਚਿਕਸ ਤੇ ਹੀ ਲਾਣਾ ਆ, ਬਾਹਲਾ ਲਾਈਟ ਜਿੱਦਾਂ ਬਹੁਤ ਜ਼ਿਆਦਾ ਲਾਈਟ ਫਾਊਂਡੇਸ਼ਨਸ ਨਹੀਂ ਲਾਉਣੀਆਂ ਹੈਗੀਆਂ, ਜਿੰਨਾ ਆਪਾਂ ਜ਼ਿਆਦਾ ਵਾਈਟ ਤੱਕ ਉਹਨਾਂ ਫੇਸ ਘੱਟ ਗਲੋ ਵੀ ਲੱਗੂਗਾ ਆਪਣਾ, ਜਿੰਨਾ ਕੀਪ ਇਟ ਡੂਈ, ਬਿਕੋਜ਼ ਅਸੀਂ ਸੋਚਦੇ ਹਾਂ ਨਾ ਜਿੰਨਾ ਗਲੋ ਸਾਡੇ ਤੇ ਹੈ ਉਹਨੇ ਸਾਡਾ ਜ਼ਿਆਦਾ ਬੈਟਰ ਹੈਗਾ, ਯੂ ਨੋ ਵਾਟ ਆਈ ਮੀਨ। ਸੋ ਵੀ ਆਲਵੇਜ਼ ਥਿੰਕ ਕਿ ਗਲੋ ਹੋਣਾ, ਸੋ ਗਲੋ ਜਿਹੜਾ ਵਿੰਟਰ ਲਈ ਵਧੀਆ ਹੈ, ਇਨ ਸਮਰ ਯੂ ਵਾਂਟ ਯੂ ਨੋ ਵੈਰੀ ਮੈਟ ਟਾਈਪ ਆਫ, ਵੈਰੀ ਮੈਟ ਮੋਇਸਚਰਾਈਜ਼ਰ ਮਿਲ ਜਾਂਦੇ ਓਇਲ ਫ੍ਰੀ ਮੋਇਸਚਰ, ਮੇਕ ਸ਼ੋਰ ਇਟ ਇਜ਼ ਮੋਇਸਚਰਾਈਜ਼ਰ। ਹਾਂਜੀ, ਜਿੱਦਾਂ ਅਵੋਇਡ, ਜਿੱਦਾਂ ਹੁਣ ਆਪਾਂ ਕਹਿ ਬਲਸ਼ਰ ਹੋ ਗਿਆ, ਪਾਊਡਰਡ ਬਲਸ਼ਰ ਆਪਣੇ ਏਸ਼ੀਅਨਸ ਕਾਫੀ ਲਾਉਂਦੇ ਆ, avoid powder blushes, it looks too much, especially ਜਿਹੜਾ sun ਹੁੰਦਾ, when you go out you see your natural skin। ਜਿਹੜਾ ਮੇਕਅਪ ਇਨਸਾਈਡ ਦਾ ਹਾਊਸ ਆਪਾਂ ਨੂੰ 10% ਲੱਗਦਾ, when we go outside look 90%। ਹਾਂ ਜੀ। so get the ਇੱਕ tinted sticks ਹੁੰਦੀਆਂ ਆ, tinted moisturizer, tinted lip blushes ਵੀ ਹੁੰਦੇ ਆ, so you can dabble it on your cheeks, it looks more natural, so go less is more। ਸੋ ਚੂਜ਼ ਜਿਹੜੇ ਕਿ ਪ੍ਰੋਡਕਟਸ ਨੇ ਵੇ ਇਜ਼ ਮੋਰ ਯੂਜ਼, ਕਈ ਹੁੰਦੇ ਕਿ ਆਈਜ਼ ਤੇ ਵੀ ਤੁਸੀਂ ਯੂਜ਼ ਕਰ ਸਕਦੇ ਹੋ, ਚੀਕਸ ਤੇ ਵੀ, ਲਿਪਸ ਤੇ ਵੀ ਸੇਮ ਪ੍ਰੋਡਕਟ ਜਿਹੜਾ ਹੁਣ ਆਪਣੇ ਐਂਟੀ ਰਿੰਕਲ ਲੇਡੀਜ਼ ਕਰੀਮ ਲਗਾ ਰਹੀਆਂ ਸਪੈਸ਼ਲੀ ਆਈਜ਼ ਲਈ, they have to put it on but not in the summer। in the summer just leave your eye moisturizer out of the window, just pour like eyeshadow primer, little bit, ਜਿਹੜੇ matte powders ਹੁੰਦੇ ਆ, matte eyeshadows are really good, so little bit matte eyeshadow and done, that's it। so simple is the best key, isn't it? ਜਿੰਨਾ ਸਿੰਪਲ ਤੁਸੀਂ ਆਪਣਾ ਮੇਕਅਪ ਕਰ ਸਕਦੇ ਹੋ ਸਮਰ ਲਈ। ਇਨਵਿਜ਼ੀਬਲ ਲਿਪ ਲਾਈਨਰ ਮਿਲਦੇ ਆ ਆਪਣੇ ਏਸ਼ੀਅਨਸ ਨੂੰ ਪਤਾ ਨਹੀਂ ਹੈਗਾ, ਇਨਵਿਜ਼ੀਬਲ ਲਿਪ ਲਾਈਨਰਸ ਹੁੰਦੇ ਆ, ਉਹ ਤੁਸੀਂ ਲਿਪ ਲਾਈਨ ਪਹਿਲਾਂ ਉਹਨਾਂ ਨਾਲ ਬਣਾਉਣੀ ਹੁੰਦੀ ਆ, ਉਹਦੇ ਵਿੱਚ ਤੁਸੀਂ ਕੋਈ ਵੀ ਲਿਕੁਇਡ, ਕੋਈ ਵੀ ਆਪਣਾ ਲਿਪ ਗਲੋਸ, ਸ਼ਿਮਰ ਲਗਾਉਣਾ, ਇਟ ਡਜ਼ ਨਾਟ ਗੋ ਆਊਟ ਆਫ ਦ ਸ਼ੇਪ, it stays inside your lips। wow, that's ਚਲੋ ਇੱਕ ਹੋਰ ਚੀਜ਼ ਪਤਾ ਲੱਗੀ ਮੈਨੂੰ, ਉਹ ਕਹਿੰਦੇ ਉਹਨੂੰ ਕਹਿੰਦੇ ਇਨਵਿਜ਼ੀਬਲ ਲਿਪ ਲਾਈਨਰਸ, ਯੂ ਕੈਨ ਬਾਈ ਫਰਮ ਬੂਟਸ। ਇੱਕ ਨੰਬਰ 7 ਦੇ ਲੇਡੀਜ਼ ਪ੍ਰਾਈਮਰਸ ਕਾਫੀ ਅਫੋਰਡੇਬਲ ਹੈਗਾ ਆ, ਮੇਕਅਪ ਪ੍ਰਾਈਮਰਸ ਨੰਬਰ 7 ਦੇ ਡੂਇੰਗ ਮੈਰੀਆਰਡ, ਐਂਡ they are really good, so there are lots of products anyway, so the primers are really good। So what about jewelries and all that? Is better to have a small jewelry depending on where you're going actually, I love jewelry, ਮੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਟੂ ਬੀ ਔਨ, ਜੂਲਰੀ ਇੰਨੀ ਜ਼ਿਆਦੀ ਆ, ਅੱਜ ਵੀ ਮੈਂ ਸੈੱਟ ਤੇ ਕੁਛ ਨਹੀਂ ਜੂਲਰੀ ਪਾ ਕੇ ਆਈ, ਤੁਸੀਂ ਇੰਨਾ ਲੇਟ ਹੁੰਦੇ, ਤੁਸੀਂ ਜੈਸੇ jewelry ਦਾ ਕਹਿੰਦੇ ਅੱਜ ਕੱਲ, you know, I was talking to this lady and she's a fashion designer, ਕਹਿੰਦੀ jewelry ਦਾ ਟਾਈਮ ਸੀਗਾ, ਹਾਂਜੀ ਹੁਣ jewelry ਦਾ ਟਾਈਮ ਨਹੀਂ ਹੈ, is just you either wear earrings or either you wear necklace, that's it, that's more than enough। ਟਾਈਮ ਹੈਗਾ ਆ, ਟਾਈਮ ਹਰੇਕ ਚੀਜ਼ ਲਈ ਆ, ਜੂਲਰੀ ਕੋਈ ਵੀ ਚੀਜ਼ ਆਊਟ ਆਫ ਫੈਸ਼ਨ ਨਹੀਂ ਹੁੰਦੀ, ਫੈਸ਼ਨ ਤੁਸੀਂ ਹੀ ਬਣਾਉਣਾ ਆ, ਕੀ ਤੁਹਾਨੂੰ ਚੰਗਾ ਲੱਗਦਾ ਪਾਓ, ਖੁਸ਼ ਰਹੋ। ਜੇ ਤੁਹਾਨੂੰ ਐਜ਼ ਅ ਸੈਡ, ਜੇ ਤੁਹਾਡਾ ਮੇਕਅਪ ਨਾਈਸ ਲੱਗੂਗਾ, ਜਾਂ ਮੈਂ ਬੋਇਜ਼ ਲਈ ਵੀ ਕਹਿ ਰਹੀ ਹਾਂ, have a nice go to the get yourself groomed up, yes, why not, pretty nicely, you know, keep it clean, the beard lines or whatever, you know, have a sun protection on, and the boys can wear it's called tinted moisturizer, ਉਹਨਾਂ 'ਚ ਥੋੜੀ ਜਿਹੀ ਫਾਊਂਡੇਸ਼ਨ ਹੁੰਦੀ moisturizer ਵਿੱਚ, ਜਦੋਂ when they put on the skin, so they can have a little bit what they call cream blusher as well, and boys can get their eyebrows tinted as well। ਸੋ ਕਾਫੀ ਕੁਛ ਹੈ ਮੁੰਡਿਆਂ ਦੇ ਲਈ ਵੀ, ਬੰਦਿਆਂ ਲਈ ਵੀ, ਤੇ ਲੇਡੀਜ਼ ਲਈ ਵੀ। ਸੋ ਦੇ ਸਮਰ ਬਹੁਤ ਘੱਟ ਆਉਂਦੀ ਇੰਗਲੈਂਡ ਵਿੱਚ, ਟੌਰ ਕੱਢ ਕੇ ਸ਼ਾਰਟ ਕੱਢ ਕੇ ਸਮਰ। ਮੇਨ ਪੁਆਇੰਟ ਇਜ਼ ਬੀ ਹੈਪੀ, ਹੈ ਨਾ, ਹੈਪੀ ਐਂਡ ਇੰਜੋਏ ਦ ਹੌਲੀਡੇਜ਼ ਵਿਦ, ਚਾਹੇ ਤੁਹਾਡੀ ਫੈਮਿਲੀ ਦੇ ਵਿੱਚ ਹੈ ਜਾਂ ਤੁਸੀਂ ਕਿਤੇ ਜਾ ਕੇ ਆਪਣੇ ਰਿਲੇਟਿਵਸ ਦੇ ਨਾਲ ਇੰਜੋਏ ਕਰਨਾ, ਮੇਨ ਇਜ਼ ਸਾਡਾ ਪਰਪਸ ਹੈ ਵੀ ਤੁਸੀਂ ਚੰਗੀ ਤਰ੍ਹਾਂ ਆਪਣੇ ਹੌਲੀਡੇਜ਼ ਇੰਜੋਏ ਕਰ ਸਕੋ, ਇਜ਼ਨਟ ਇਟ, ਐਂਡ ਹੈਪੀ। ਕੰਫਰਟ ਜ਼ੋਨ ਚੋਂ ਬਾਹਰ ਨਿਕਲਣਾ ਬਹੁਤ ਇੰਪੋਰਟੈਂਟ ਹੈ। ਇੱਕ ਆਪਾਂ ਜਾਂਦੇ ਆਪਾਂ ਸਵੇਰੇ ਆਪਣਾ ਵਿੰਡੋ ਖੋਲਦੇ, ਬਹੁਤ ਸੋਹਣੀ ਧੁੱਪ ਨਿਕਲਦੀ ਆ, ਆਪਾਂ ਕੋਈ ਲੇਡੀ ਬਹੁਤ ਸੋਹਣਾ ਟੂਰ ਕੱਢ ਕੇ ਲੰਘ ਰਹੀ ਘਰ ਦੇ ਮੂਹਰ ਦੀ, ਆਪਾਂ ਉਹਨੂੰ ਦੇਖਦੇ ਕਿੰਨੀ ਸੋਹਣੀ ਲੱਗਦੀ ਆ, ਫਿਰ ਆਪਾਂ ਆਪਣੀ ਕੱਪੜੇ ਦੇਖਦੇ, ਮੈਂ ਨਹੀਂ ਅੱਜ ਬਾਹਰ ਜਾਣਾ, ਨਾ ਮੇਰੇ ਕੋਲ ਚੱਜ ਦੀ ਕੋਈ ਡਰੈਸ ਆ, ਨਾ ਮੈਂ ਉਹਦੇ ਵਰਗੀ ਲੱਗ ਸਕਦੀ ਹਾਂ, ਮੈਂ ਨਹੀਂ ਜਾਣਾ, ਆਪਾਂ ਕੰਪੇਅਰ ਕੋ ਕਰਦੇ ਹਾਂ। ਇੱਦਾਂ ਨਹੀਂ ਕਰਨਾ ਹੈਗਾ, ਕੀ ਵੀ ਹੈਗਾ ਆ, ਤੁਸੀਂ ਆਪਣੇ ਆਪ ਨੂੰ ਲੁੱਕ ਗੁੱਡ ਕਰਦੇ ਆ, ਕੁਛ ਵੀ ਕੈਰੀ ਔਨ ਕਰ ਸਕਦੇ ਆ। ਯੈਸ, ਆਈ ਥਿੰਕ ਸੁੰਦਰਤਾ ਤੁਹਾਡੇ ਅੰਦਰ ਹੈਗੀ ਹੈ, ਸੋ ਮੇਕ ਯੋਰਸੈਲਫ, ਐਵਰੀਬਾਡੀ ਇਜ਼ ਬਿਊਟੀਫੁਲ, ਐਂਡ ਵੀ ਜਸਟ ਨੀਡ ਦ ਰਾਈਟ ਥਿੰਗਸ ਜਿਹਦੇ 'ਚ ਅਸੀਂ ਕੰਫਰਟੇਬਲ ਹੋਏ। ਕਈ ਵਾਰੀ ਅਸੀਂ, ਹਾਂਜੀ, ਆਪਾਂ ਕਹਿੰਦੇ ਖੁਸ਼ ਰਹਿਣਾ ਸੌਖਾ ਆ, ਇਹ ਪ੍ਰੋਬਲਮ ਨਹੀਂ ਹੈਗੀ। ਕਾਫੀ ਲੋਕੀ ਤਾਂ ਵੀ ਦੁਖੀ ਬਿਕਾਜ਼ ਉਹ ਕਿਸੇ ਨੂੰ ਅਪਸੈਟ ਕਰ ਦਿੰਦੇ ਆ,
ਜਦੋਂ ਤੁਸੀਂ ਕਿਸੇ ਨੂੰ ਅਪਸੈਟ ਨਹੀਂ ਨਾ ਕਰਦੇ, ਤੁਸੀਂ ਨੈਚੁਰਲੀ ਖੁਸ਼ ਰਹਿੰਦੇ ਆ, ਆਪਾਂ ਕਿਸੇ ਨੂੰ ਅਪਸੈਟ ਨਹੀਂ ਕਰਨਾ ਹੈਗਾ, ਇਹ ਬਹੁਤ ਇੰਪੋਰਟੈਂਟ ਆ। ਦੂਸਰਿਆਂ ਨੂੰ ਵੀ ਹੈਪੀ ਕਰੋ ਤੇ ਆਪ ਵੀ ਹੈਪੀ ਹੋ। ਕਿਸੇ ਨੂੰ ਅਪਸੈਟ ਨਹੀਂ ਕਰਨਾ, ਜੇ ਕਿਸੇ ਨੂੰ ਖੁਸ਼ ਨਹੀਂ ਕਰ ਸਕਦੇ ਤਾਂ ਉਹਨੂੰ ਦੁਖੀ ਵੀ ਨਾ ਕਰੋ। ਇੱਕ ਹੋਰ ਮੇਰੇ ਦਿਮਾਗ 'ਚ ਨਾ ਨਿੱਕੀ ਆ ਰਿਹਾ ਸੀ ਵੀ ਕਈਆਂ ਨੂੰ ਜਿੱਦਾਂ ਸਨ ਕਰੀਮ ਜਿਹੜੇ ਆ ਕਈ ਯੂਜ਼ ਨਹੀਂ ਕਰ ਸਕਦੇ ਜਿਨ੍ਹਾਂ ਨੂੰ ਐਗਜ਼ੀਮੀਆ ਵਗੈਰਾ ਹੁੰਦਾ, ਬਟ ਦੇ ਕੈਨ ਆਲਵੇਜ਼ ਗੋ ਟੂ ਫਾਰਮੇਸੀ, ਸਪੈਸ਼ਲ ਜਿਹੜੇ ਹੁੰਦੇ ਆ ਬੱਚਿਆਂ ਨੂੰ ਅਗਰ ਐਗਜ਼ੀਮੀਆ ਹੋਏ ਤੇ ਸਪੈਸ਼ਲ ਕਰੀਮਸ ਜਿਹੜੀਆਂ ਹੁੰਦੀਆਂ ਜਿਹੜੀ ਤੁਸੀਂ ornament ਤੌਰ ਤੇ ਵੀ ਮਿਲ ਜਾਂਦੀਆਂ, ਉਹ ਤੁਸੀਂ ਲੈ ਸਕਦੇ ਹੋ, ਜੋ ਕਿ ਤੁਹਾਡੇ ਫਾਰਮੇਸੀ ਐਡਵਾਈਸ ਕਰ ਸਕਦੇ ਜੇਕਰ ਸਕਿਨ ਪ੍ਰੋਬਲਮ ਤੁਹਾਨੂੰ ਹੈਗੀ ਐਂਡ ਯੂ ਥਿੰਕ, ਕਿਉਂਕਿ ਜਿਹੜੀ ਸਨ ਕਰੀਮ ਹੁੰਦੀ ਹੈ ਥੋੜੀ ਜਿਹੀ ਇਰੀਟੇਟ ਕਰਦੀ ਹੈਗੀ ਹੈ ਨੋਰਮਲ ਸਕਿਨ ਵਾਲਿਆਂ ਨੂੰ ਵੀ। ਜਦੋਂ ਆਪਾਂ ਯੂ ਕੈਨ ਡੂ ਵਨ ਥਿੰਗ, ਡਿਪੈਂਡ ਕਰਦਾ ਕਈਆਂ ਨੂੰ ਐਗਜ਼ੀਮਾ ਕਰੀਮ ਵੀ ਨਹੀਂ ਕੰਮ ਕਰਦੀ ਸਮਰ ਦੇ ਵਿੱਚ, ਸੋ ਜਿਹੜੀ ਸਮਰ ਦੇ ਵਿੱਚ ਵੀ ਨਹੀਂ ਕੰਮ ਕਰਦੀ। ਸੋ ਮੈਂ ਸੋਚ ਰਹੀ ਹਾਂ ਜਿਹੜੀ ਉਹਨਾਂ ਦੀ ਕਰੀਮ ਜਿਹੜੀ ਵੀ ਕੰਮ ਕਰਦੀ, ਦੇ ਕੈਨ ਮਿਕਸ ਅ ਲਿਟਲ ਬਿਟ ਆਫ SP30 ਇਨਟੂ ਦ favorite cream they can apply on the skin to protect the that's skin. very good way. Then as I said, ਜਿਹੜਾ ਬ੍ਰਿਟਿਸ਼ ਮੈਡੀਸਨ ਲੋਜ਼ ਆ ਨਾ, ਕਾਫੀ ਸਟਰੋਂਗ ਕਰੀਮ ਤੇ ਅਲਾਉਡ ਹੀ ਨਹੀਂ ਸੈਲ ਕਰਨ ਨੂੰ। ਸੋ ਕਾਫੀ ਲੋਕਾਂ ਦਾ ਐਗਜ਼ੀਮਾ, it does not get treated with the creams. Make sure just get your diet tested, get the right diet. ਸੋ ਉਹਨਾਂ ਨੂੰ ਜ਼ਿਆਦਾ ਪ੍ਰੋਟੈਕਸ਼ਨ ਦੀ ਵੀ ਲੋੜ ਹੈ, ਬਿਕੋਜ਼ ਯੂ نو ਬੱਚੇ ਜਿਹੜੇ ਆ ਦੇ ਵਾਂਟ ਟੂ ਇੰਜੋਏ ਐਂਡ ਬਿਕੋਜ਼ ਆਫ ਦ ਸਕਿਨ ਪ੍ਰੋਬਲਮ, ਬਿਕੋਜ਼ ਤੁਹਾਨੂੰ ਪਤਾ ਸਨ ਦੇ ਵਿੱਚ ਇਰੀਟੇਸ਼ਨ ਜ਼ਿਆਦਾ ਹੋ ਜਾਂਦੀ ਹੈ ਸਕਿਨ ਸਪੈਸ਼ਲੀ ਫॉर ਐਗਜ਼ੀਮਾ। ਇਹ ਪੈਰੈਂਟਸ ਦੀ ਡਿਊਟੀ ਬਣਦੀ ਹੈ ਕਿ ਗੈਟ ਦ ਰਾਈਟ ਡਾਇਟਰੀ ਫॉर ਯੂਰ ਕਿਡਸ ਇਫ ਦੇ ਸਫਰ ਫਰਮ ਡਰਾਈ ਸਕਿਨ। ਸੋ ਮੇਕ ਸ਼ੋਰ ਕੁਕ ਦ ਰਾਈਟ ਫੂਡ ਇਨ ਦ ਹਾਊਸ ਐਜ਼ ਵੈਲ। ਐਜ਼ ਅ ਸੈਡ ਇਨਸਾਈਡ ਡਾਕਟਰ ਹੈ ਆਪਣੇ, ਵਟ ਵੀ ਈਟ ਇਟ ਕਮਸ ਆਊਟ ਔਨ ਦ ਸਕਿਨ। ਜੋ ਆਪਾਂ ਨਿਆਣਿਆਂ ਨੂੰ ਕੈਂਡੀ ਸੀ ਸਵੇਰ ਤੋਂ ਦੇਈ ਜਾਣੀ ਆ, ਆਈਸਕ੍ਰੀਮ ਵਾਲਾ ਆ ਗਿਆ, ਚਲੋ ਜੀ ਨਿਆਣਿਆਂ ਨੂੰ ਆਈਸਕ੍ਰੀਮ ਵੀ ਲੈ ਦਿਓ। ਸਾਰੀ ਵੀਕ ਅਸੀਂ ਕੰਮ ਕਰਦੇ ਕਮਾਉਂਦੇ ਆ, ਨਿਆਣਿਆਂ ਲਈ ਕਮਾਉਂਦੇ ਆ, ਚਲੋ ਉਹਨਾਂ ਨੂੰ ਸਵੀਟਾਂ ਲੈ ਦਿਓ। ਨਿਆਣਿਆਂ ਲਈ ਕਮਾਉਂਦੇ, ਉਹਨਾਂ ਨੂੰ ਆਈਸਕ੍ਰੀਮ ਲੈ ਦਿਓ। ਆਈ ਨੋ ਆਪਾਂ ਨਿਆਣਿਆਂ ਲਈ ਕਮਾਉਂਦੇ ਆ, ਪਰ ਵੀ ਨੀਡ ਟੂ ਗਿਵ ਦੈਮ ਦ ਰਾਈਟ food is ਕੁਛ ਘਰੇ ਨਾਈਸ ਕੋਈ ਡਿਫਰੈਂਟ ਸਵੀਟ ਕੁੱਕ ਕਰ ਲਓ ਜਿਹੜੀ ਥੋੜੀ ਲਾਈਟ ਸਵੀਟ ਆ। ਸੋ ਸ਼ੂਗਰ, ਅਵੋਇਡ ਸ਼ੂਗਰ ਫॉर द ਕਿਡਸ। ਯਾ ਬਿਕੋਜ਼ ਜਦੋਂ ਤੁਸੀਂ ਘਰ ਸਪੈਸ਼ਲੀ ਫੂਡ ਜਿਹਦਾ ਕਹ ਲਓ, ਸਪੈਸ਼ਲੀ ਵੈਨ ਯੂ ਕੁਕਿੰਗ ਸਵੀਟ ਡਿਸ਼, ਉਹ 'ਚ ਆਪਾਂ ਆਪਣੇ ਹਿਸਾਬ ਦੇ ਨਾਲ ਥੋੜਾ ਘੱਟ ਮਿੱਠਾ ਪਾ ਸਕਦੇ ਹਾਂ। ਗੁੜ ਪਾ ਲਓ ਆਪਣੇ ਏਸ਼ੀਅਨ, ਆਪਣੇ ਕੋਲ ਤਾਂ ਇੰਨਾ ਸਾਰਾ ਆਰਗੈਨਿਕ ਸ਼ੂਗਰਸ ਵਗੈਰਾ ਅਵੇਲੇਬਲ ਆ, ਸਟੋਰਾਂ ਵਿੱਚ ਗੁੜ ਅਵੇਲੇਬਲ ਆ, ਸ਼ੱਕਰ ਅਵੇਲੇਬਲ ਆ। ਆਪਾਂ ਤਾਂ ਬਹੁਤ ਲੱਕੀ ਆ, ਮੈਂ ਅੱਗੇ ਵੀ ਕਹਿੰਦੀ ਹੁੰਦੀ ਆ, ਵੀ ਗੋ ਐਵਰੀਥਿੰਗ ਇਨ ਦ ਹਾਊਸ। ਸੋ ਟਰਾਈ ਟੂ ਕੁਕ ਐਟ ਹੋਮ ਐਂਡ ਪਹਿਲੇ ਹੀ ਪ੍ਰਪੇਅਰ ਕਰ ਲਓ ਵੀ ਬੱਚੇ ਨੇ ਜਾਣਾ, ਉਹਦੀ ਸਕਿਨ ਜਿਹੜੀ ਹੈਗੀ ਹੈ ਵੈਲ ਮੋਇਸਚਰਾਈਜ਼ ਰੱਖੋ, ਯੂ ਨੋ ਦੈਟ ਬੱਚੇ ਨੇ ਜਾਣਾ ਤੁਹਾਨੂੰ, ਕਿਉਂਕਿ ਆਪਣੇ ਬੱਚੇ ਬਾਰੇ ਆਪ ਜਾਣਕਾਰੀ ਹੁੰਦੀ ਹੈ। ਸੋ ਮੇਕ ਸ਼ੋਰ ਤੁਹਾਡੇ ਮੈਡੀਕੇਸ਼ਨ ਜਿਹੜੀ ਹੈਗੀ ਹੈ ਐਗਜ਼ੀਮੀਆ ਹੈਗਾ ਤੇ ਉਹ ਵੈਲ ਪ੍ਰਪੇਅਰਡ ਹੋ। ਔਰਨਾਮੈਂਟ ਜਿਹੜੇ ਹੈਗੇ ਆ, ਅਗਰ ਦਵਾਈ ਲੈ ਰਿਹਾ ਜਾਂ ਔਰਨਾਮੈਂਟ ਲਗਾ ਰਿਹਾ ਬੱਚਾ, ਤੇ ਉਹ ਸਾਰੇ ਪਹਿਲੇ ਤੋਂ ਹੀ ਮੇਕ ਸ਼ੋਰ ਕਰੋ ਵੀ ਸਕਿਨ ਜਿਹੜੀ ਹੈ ਉਹਦੀ ਵੈਲ ਪ੍ਰਪੇਅਰਡ ਹੋਏ ਧੁੱਪ ਦੇ ਵਿੱਚ ਜਾਣ ਦੇ। ਐਂਡ ਆਲਵੇਜ਼ ਮੇਕ ਸ਼ੋਰ ਜਦੋਂ ਤੁਸੀਂ ਆ ਜਾਂਦੇ ਹੋ ਬੱਚੇ ਨੂੰ ਲੈ ਕੇ, ਇੱਕ ਵਾਰੀ ਫਿਰ ਉਹਨੂੰ ਵਾਸ਼ ਥਰੂ ਕਰਕੇ ਔਰਨਾਮੈਂਟ ਜਿਹੜਾ ਹੈਗਾ ਉਹ ਬੱਚੇ ਦੇ ਜ਼ਰੂਰ ਲਗਾਓ ਐਂਡ ਦੇਖੋ ਵੀ ਉਹਨੂੰ ਕੋਈ ਸਾਈਡ ਇਫੈਕਟ ਤੇ ਨਹੀਂ ਹੋਇਆ ਸਨ ਦੇ ਨਾਲ। ਐਂਡ ਦੇਰ ਇਜ਼ ਆਲਵੇਜ਼ ਐਡਵਾਈਸ ਯੂ ਕੈਨ ਹੈਵ ਔਨ ਲਾਈਨ ਇਜ਼ ਵੈਲ ਸਮ ਇਨਫੋਰਮੇਸ਼ਨ। ਤੁਸੀਂ ਆਪ ਬੱਚੇ ਨੂੰ ਦੇਖਦੇ ਹੋ ਐਵਰੀਡੇ ਕਿ ਅਸੀਂ ਕਿਸ ਤਰੀਕੇ ਦੇ ਨਾਲ ਬੱਚੇ ਦਾ ਧਿਆਨ ਰੱਖ ਸਕਦੇ। ਸੋ ਯੂ ਨੋ ਬਿਕੋਜ਼ ਪੇਰੈਂਟਸ ਜਿਹੜੇ ਆ ਉਹ ਡਾਕਟਰ ਦੇ ਨਾਲੋਂ ਕਈ ਵਾਰੀ ਜ਼ਿਆਦਾ ਜਾਣਕਾਰੀ ਰੱਖਦੇ ਆ। ਅੱਗੇ ਵੀ ਕਹਿੰਦੀ ਜਿਹੜੇ ਬੱਚੇ ਆ ਤੇ ਬਜ਼ੁਰਗ ਆ, ਦੋਨਾਂ ਨੂੰ ਤੁਹਾਡੀ ਬਹੁਤ ਲੋੜ ਆ। ਜੇ ਤੁਹਾਡੇ ਘਰ ਇੱਕ ਬਜ਼ੁਰਗ ਵੀ ਆ, ਸਮਰ ਆ ਰਹੀ ਆ, ਆਪਾਂ ਜੱਗ ਪਾਣੀ ਦਾ ਫਰੈਸ਼ ਉਹਨਾਂ ਦੇ ਲਾਗੇ ਰੱਖੋ, ਤੁਸੀਂ ਉਹਨਾਂ ਨੂੰ ਨਾਈਸਲੀ ਵਾਸ਼ਡ ਕੱਪੜੇ। ਸੋ ਜੇ ਉਹਨਾਂ ਕੋਲ ਨਹੀਂ ਹਿੰਮਤ, ਵੀ ਉਹਨਾਂ ਦੀ ਸਾਰੀ ਉਮਰ ਕਮਾਇਆ, ਜੇ ਆਪਾਂ ਇੰਜੋਏ ਕਰ ਰਹੇ ਹਾਂ ਉਹਨਾਂ ਦਾ ਹੀ ਕਰ ਰਹੇ ਹਾਂ, ਉਹਨਾਂ ਦੇ ਕਰਕੇ ਕਰ ਰਹੇ ਹਾਂ। ਸੋ ਮੇਕ ਸ਼ੋਰ ਲੁੱਕ ਆਫਟਰ ਯੋਰ ਐਲਡਰਲੀ ਇਨ ਦ ਹਾਊਸ ਐਂਡ ਦ ਕਿਡਸ ਐਜ਼ ਵੈਲ। ਸੋ ਹੁਣ ਤੇ ਇਹ ਹੋ ਗਿਆ ਵੀ ਘਰ ਦੀ ਗੱਲ, ਯੂ ਨੋ ਵੈਨ ਵੀ ਗੋਇੰਗ ਹੌਲੀਡੇਜ਼, ਹੌਲੀਡੇ ਆ ਗਿਆ, we get really excited. I mean, I'm just saying holiday and I'm excited. So ਉਦੋਂ ਅਸੀਂ ਕਾਫੀ ਕੁਝ ਪ੍ਰਪੇਅਰ ਕਰਨਾ ਹੁੰਦਾ, we got clothes to get ready, then we got ਰਿਸ਼ਤੇਦਾਰਾਂ ਲਈ ਵੀ if we traveling somewhere in India ਜਾਣਾ, mainly ਸਾਡਾ traveling ਹੁੰਦਾ ਇੰਡੀਆ ਜਾਣਾ ਅਸੀਂ। Lots of people go Spain, Italy. Always pack wisely. ਮੈਂ ਕਿਹਾ always pack wisely. ਕਦੀ ਕਿਸੇ ਦਾ ਨਾ ਸਮਾਨ ਫੜੋ ਤੇ ਨਾ ਕਿਸੇ ਨੂੰ ਦਿਓ, ਆਪਣੇ ਜੋਗਾ ਹੀ ਪੈਕ ਕਰੋ ਆਪਣੇ ਲਈ। ਮੇਕ ਸ਼ੋਰ ਪੈਕ ਯੋਰ ਓਨ, ਜਿੰਨੇ ਤੁਹਾਨੂੰ ਜ਼ਰੂਰੀ। ਜਿੰਨਾ ਆਪਾਂ ਜ਼ਿਆਦਾ ਕਲਟਰ ਪੈਕ ਕਰਦੇ ਉਨਾ ਸਟ੍ਰੈਸਫੁਲ ਹੌਲੀਡੇ ਹੋ ਜਾਂਦਾ। So always pack ਆਪਣੀ, I think it's better to make a list ਕਿ ਵੀ ਅਸੀਂ ਇਹ ਚੀਜ਼, ਮੇਰੇ ਕੋ ਯੂਰਪ ਦੀ ਲਿਸਟ ਆ, ਏਸ਼ੀਆ ਦੀ ਲਿਸਟ ਆ, ਸੋ ਆਈ ਗੋਟ ਦ ਲਿਸਟ। ਲੋਕਲ ਲਿਸਟ ਕਦੀ ਇੰਗਲੈਂਡ 'ਚ ਹੀ ਆਪਾਂ ਹੌਲੀਡੇ ਚਲ ਜਾਂਦੇ ਹਾਂ, ਇੰਗਲੈਂਡ ਜ਼ਿਆਦਾ ਜਾਂਦੇ ਹਾਂ, ਯੂ ਨੋ। ਸੋ that's good idea. So ਤੁਸੀਂ ਵੀ ਆਪਣੀ ਲਿਸਟ ਬਣਾ ਲਓ ਜੇਕਰ ਕਿਸੇ ਵੀ ਕੰਟਰੀਜ਼ ਜਾਣਾ ਹੈ, ਵੀ ਗੋਇੰਗ ਇੰਡੀਆ, ਪਾਕਿਸਤਾਨ। ਇੱਕ ਫੋਨ ਤੇ ਨੋਟਸ ਹੁੰਦਾ ਹੈ, ਇੱਕ ਫੋਨ ਤੇ ਨੋਟਸ ਹੁੰਦਾ ਆ। ਕਈ ਵਾਰੀ ਆਪਾਂ ਤੁਸੀਂ ਹੁਣ ਗੱਡੀ 'ਚ ਕਿਤੇ ਜਾ ਰਹੇ ਆ, ਇੱਕ ਚੀਜ਼ ਦਾ ਕਿਸੇ ਦਾ ਚੇਤਾ ਭੁੱਲ ਗਿਆ, ਗੱਡੀ ਪਾਰਕ ਕੀਤੀ ਹੈ, ਕਾਰ ਪਾਰਕ 'ਚ, ਐਟਲੀਸਟ ਸਾਡੇ ਕੋਲ ਨੋਟਸ ਹੈਗਾ, ਯੂ ਕੈਨ ਨੋਟ ਇਟ ਦੇਅਰ, ਦੈਨ ਯੂ ਕੈਨ ਮੇਕ ਅਪ ਨੋਟਸ। ਸੋ ਕਦੋਂ ਵੀ ਕੋਈ ਵੀ ਚੀਜ਼ ਯਾਦ ਆਉਂਦੀ ਉਹਨੂੰ ਲਿਖ ਲਓ, ਕਿਉਂਕਿ
ਇੰਨਾ ਕੁ ਹਿਊਮਨ ਅੱਜ ਕੱਲ੍ਹ ਬਿਜ਼ੀ ਹੋ ਗਏ ਆ, ਇੱਕ ਆਪਾਂ ਫੋਨ ਤੇ 24/7 ਰਹਿੰਦੇ, ਆਪਣਾ ਦਿਮਾਗ ਥੋੜੇ ਕਾਫੀ ਸਲੋ ਹੋ ਗਏ। ਸੋ ਮੇਕ ਸ਼ੋਰ ਮੇਕ ਨੋਟਸ ਆਫ ਐਵਰੀਥਿੰਗ, ਰਾਈਟ ਇਟ ਡਾਊਨ ਐਵਰੀਥਿੰਗ, no excuse। ਸੋ ਯਾ ਮੇਕ ਅ ਲਿਸਟ ਇਜ਼ ਅ ਵੈਰੀ ਗੁੱਡ ਆਈਡੀਆ। ਸੋ ਤੁਹਾਨੂੰ ਜਦੋਂ ਸ਼ਾਪ ਤੇ ਜਾਂਦੇ ਕਈ ਵਾਰੀ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਹੜੀ ਚੀਜ਼ ਲਿੱਤੀ ਹੈ। ਵੀ ਆਰ ਸੋ ਐਕਸਾਈਟਿਡ ਕਿ ਵੀ ਹਾਂ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਕਿਹਦੇ ਲਈ ਕੀ ਲੈਣਾ, ਮਮ ਦੀ ਲਿਸਟ, ਡੈਡ ਦੀ ਲਿਸਟ, ਬੱਚਿਆਂ ਦੀ ਲਿਸਟ, ਗ੍ਰੈਂਡਫਾਦਰ, ਗ੍ਰੈਂਡਮਦਰ, ਨਾਨਾ ਨਾਨੀ, ਜੋ ਵੀ ਤੁਹਾਡੇ ਨਾਲ ਹੈਗੇ ਆ, ਸਾਰਿਆਂ ਦੀ ਲਿਸਟ ਬਣਾ ਲਓ ਵੀ ਇਹ ਚੀਜ਼ਾਂ ਉਹਨਾਂ ਨੂੰ ਜ਼ਰੂਰੀ ਚਾਹੀਦੀਆਂ। ਐਂਡ ਵੀ ਨੀਡ ਟੂ ਮੇਕ ਸ਼ੋਰ ਦੈਟ ਕਿ ਜਿਹੜੀ ਸਾਡੀ ਲਾਈਫ ਇੰਸ਼ੋਰੈਂਸ, ਟਰੈਵਲ ਇੰਸ਼ੋਰੈਂਸ ਹੁੰਦੀ ਹੈ ਉਹ ਜ਼ਰੂਰ ਕਰਾਉਣੀ ਚਾਹੀਦੀ ਹੈ। ਨਿੱਕੀ ਦੱਸੇਗੀ ਕਿ ਕਿਉਂ ਕਰਾਉਣੀ ਚਾਹੀਦੀ ਹੈ। ਟਰੈਵਲ ਇੰਸ਼ੋਰੈਂਸ ਇਹੀ ਹੈ, ਜਦੋਂ ਆਪਾਂ ਕਿਤੇ ਚਲੇ ਜਾਂਦੇ ਹਾਂ ਐਟਲੀਸਟ ਕੋਈ, ਹੁਣ ਕਿਤੇ ਕੋਵਿਡ ਵੀ ਚੱਲ ਰਿਹਾ, ਕੋਈ ਫਲਾਈਟ ਕੈਂਸਲ ਹੋ ਗਈ, ਕੁਛ ਵੀ ਹੋ ਗਿਆ, ਕੋਈ ਸਿਕਿਉਰਿਟੀ ਦਾ ਕਰਕੇ ਫਲਾਈਟਸ ਕਾਫੀ ਸਟਾਫ ਸ਼ੋਰਟ ਆ, ਫਲਾਈਟਸ ਕੈਂਸਲ ਹੋ ਗਈਆਂ ਜਿਹੜੀ, ਐਂਡ ਪਲੱਸ ਯੂ ਗੈਟ ਇਲ, ਤੁਸੀਂ ਕਿਸੇ ਹੋਰ ਕੰਟਰੀ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਬਿਮਾਰ ਪੈ ਗਏ ਆ। ਸੋ ਟਰੈਵਲ ਇੰਸ਼ੋਰੈਂਸ ਵੈਰੀ ਇੰਪੋਰਟੈਂਟ। ਤੁਹਾਡਾ ਜਿੰਨਾ ਵੀ ਕੋਸਟ ਹੁੰਦੀ, ਤੁਹਾਡੀ ਮੈਡੀਸਨਸ, ਹਸਪੀਟਲ ਸਾਰਾ ਕਵਰਡ ਹੁੰਦਾ ਆ। ਇੱਕ ਆਪਾਂ ਇਹ ਬਹੁਤ ਸੋਚਦੇ ਹਾਂ ਆਪਣੇ ਏਸ਼ੀਅਨ ਕਿ ਮੈਂ ਹੈਲਥੀ, ਮੈਨੂੰ ਕੁਝ ਹੋਣਾ ਹੀ ਨਹੀਂ। ਯਾ ਦੈਟਸ ਕੋਈ ਨਹੀਂ, ਰੱਬ ਹੋ ਹੀ ਨਹੀਂ ਸਕਦਾ, ਰੱਬ ਹੈਗਾ। ਸੋ ਇਸ ਲਾਈਕ ਟਰੈਵਲ ਇੰਸ਼ੋਰੈਂਸ ਹੋ ਗਈ। ਜੇ ਵੀਜ਼ਾ ਜੇ ਤੁਹਾਨੂੰ ਚਾਹੀਦਾ ਹੈ, ਸਪੈਸ਼ਲੀ ਯੂਰਪ ਜਾ ਰਹੇ ਆ, ਕਈਆਂ ਕੋਲ ਹਜੇ ਵੀ ਇੰਡੀਅਨ ਪਾਸਪੋਰਟਸ ਆ। ਸੋ ਜਿਹੜੇ ਟਰੈਵਲ ਏਜੰਟਸ ਆ ਉਹਨੇ ਆਪਣੀ ਚੀਜ਼ ਸੈਲ ਕਰਨੀ ਹੁੰਦੀ ਆ। ਹਾਂਜੀ, ਉਹਨਾਂ ਦਾ ਕੀ ਕਹਿੰਦੇ ਆ, ਮਕਸਦ ਆ ਪੈਸੇ ਬਣਾਉਣਾ। ਜਦੋਂ ਤੁਹਾਨੂੰ ਡਾਕੂਮੈਂਟ ਦਿੰਦੇ, ਹੌਲੀਡੇ ਬੁੱਕ ਕਰ ਦਿੰਦੇ, ਉੱਤੇ ਲਿਖਿਆ ਹੁੰਦਾ ਹੈ ਯੂ ਆਰ ਰਿਸਪੋਂਸੀਬਲ ਫॉर ਯੂਰ ਓਨ ਟਰੈਵਲ ਡਾਕੂਮੈਂਟਸ। ਤੁਸੀਂ ਆਪਣਾ ਵੀਜ਼ੇ ਵਗੈਰਾ ਤੁਸੀਂ ਆਪ ਹੀ ਲੈਣੇ, ਇਹ ਨਹੀਂ ਵੀ ਤੁਹਾਡਾ ਇਸ ਸਟੇਜ ਨੇ ਵੀਜ਼ਾ ਵੀ ਲੈ ਦਿੱਤਾ। ਦੇ ਨੋ ਐਮਬੈਸੀ, ਦੇ ਜਸਟ ਯੂਰ ਟਰੈਵਲ ਏਜੰਟ। ਹਾਂਜੀ, ਸੋ ਦੈਟਸ ਵੈਰੀ ਇੰਪੋਰਟੈਂਟ। ਲਾਸ ਆਫ ਪੇਸ਼ੈਂਸ, ਲਾਸਟ ਮਿੰਟ ਵਰਕਆਊਟਸ। ਸੋ ਸਾਰੇ ਆਪਣੇ ਕੀ ਕਹਿੰਦੇ ਆ, ਇੱਕ ਫਰਸਟ ਏਡ ਕਿਟ ਨਹੀਂ ਕਰਦੇ ਕੈਰੀ। ਫਰਸਟ ਏਡ ਕਿਟ ਨਾ ਰੱਖੋ, ਕਿਤੇ ਕੱਟ ਲੱਗ ਜਾਵੇ ਕੁਝ, ਚਲੋ ਆਪਣੇ ਨਹੀਂ ਕੱਟ ਲੱਗੂ, ਕਿਸੇ ਹੋਰ ਦੇ ਕੱਟ ਲੱਗੂ, ਆਪਾਂ ਕਿਸੇ ਦੀ ਹੋਰ ਹੈਲਪ ਕਰ ਸਕਦੇ। ਕਿੰਨਾ ਨਾਈਸ ਲੱਗਦਾ ਕਿ ਆਪਣੇ ਕੋਲ ਚੀਜ਼ਾਂ ਪ੍ਰਪੇਅਰਡ ਆ, ਹਨਾ। ਐਂਡ ਬਹੁਤ ਸਸਤੀਆਂ ਹੁੰਦੀਆਂ ਫਰਸਟ ਏਡ ਕਿਟਸ, ਜਿਹੜੀ ਹੈ ਵੈਰੀ ਸਿੰਪਲ ਹੁੰਦੀ ਹੈ। ਐਂਡ ਤੁਸੀਂ ਫਾਰਮੇਸੀਜ਼ ਤੋਂ ਲੈ ਸਕਦੇ ਹੋ, ਜ਼ਰੂਰੀ ਨਹੀਂ ਹੈ ਵੀ ਤੁਸੀਂ ਲੋਕਲ ਸ਼ਾਪਸ ਜਿਹੜੀ ਹੈਗੀਆਂ ਉਹਨਾਂ ਤੋਂ ਵੀ ਮਿਲ ਜਾਂਦੀਆਂ। ਆਪਾਂ ਸਮਾਨ ਡਰੈਸਿਸ ਇੰਨੀਆਂ ਰੱਖ ਲੈਂਦੇ ਆ, ਆਪਾਂ ਮੇਕਅਪਸ ਇੰਨਾ ਰੱਖ ਲੈਂਦੇ ਆ। ਤੇ ਮੈਂ ਕਾਫੀ ਲੋਕੀ ਦੇਖੇ ਸ਼ਾਵਰਸ ਕੁਛ ਨਹੀਂ ਰੱਖਣ ਦੀ ਲੋੜ, ਟਾਵਲਸ ਵਗੈਰਾ ਕੁਛ ਨਹੀਂ ਸਾਰਾ ਕੁਛ ਮਿਲ ਜਾਂਦਾ। ਜੋ ਤੁਸੀਂ ਕੋਈ ਹੌਲੀਡੇ ਬੁੱਕ ਕਰ ਲਈ, ਉੱਥੇ ਇੱਕ ਇਨੀਟਰੀ ਹੁੰਦੀ, ਸਾਰਾ ਕੁਛ ਲਿਖਿਆ ਹੁੰਦਾ ਉੱਥੇ ਕੀ ਕੀ ਅਵੇਲੇਬਲ ਹੈਗਾ। ਜਿਹੜੀ ਚੀਜ਼ ਉੱਥੇ ਅਵੇਲੇਬਲ ਹੈਗੀਆਂ, ਵੀ ਡੋਨਟ ਨੀਡ ਟੂ ਪੈਕ them। Yeah, simple, keep it simple, very straightforward. So that's it really, that's advice. But ਬਾਕੀ ਹੋ ਗਿਆ, ਜੇ ਤੁਸੀਂ ਇੰਡੀਆ ਨਹੀਂ ਜਾਣਾ, ਯੂਰਪ ਜਾਣਾ, ਤੁਸੀਂ ਇੰਡੀਆ ਤੋਂ ਹੋ ਆਏ ਹੋ, that's why you are saying ਹੌਲੀਡੇ ਪੈਕੇਜ ਜਿਹੜੀਆਂ ਹੋ ਗਈਆਂ। ਬਟ ਟੂ ਬੀ ਔਨੈਸਟ, ਇੰਡੀਆ ਲਈ ਵੀ ਮੇਰਾ weight ਮੈਕਸੀਮਮ 18 ਕਿਲੋ ਹੁੰਦਾ 올 ਟੁਗੇਦਰ। ਸੋ ਜਿੰਨੇ ਸਮਾਨ ਭੇਜਣਾ ਹੋਏ ਨਿੱਕੀ ਕੋਲ ਭੇਜ ਦਿਓ। ਨਹੀਂ ਕਿਸੇ ਦਾ ਸਮਾਨ ਨਹੀਂ ਜਾਊਗਾ। ਸੋ ਸਾਰਾ ਕੁਛ ਹੀ ਸਾਰੀ ਜਗ੍ਹਾ ਤੋਂ ਮਿਲ ਜਾਂਦਾ। ਉਹੀ ਚੀਜ਼ਾਂ ਕੈਰੀ ਕਰੋ ਜਿਹੜੀਆਂ ਤੁਹਾਨੂੰ ਜ਼ਰੂਰੀ ਆ ਕਿ ਦੂਜੇ ਥਾਂ ਤੋਂ ਨਹੀਂ ਮਿਲਣੀਆਂ। ਉਹਨਾਂ ਐਜ਼ ਸਾਈਡ ਉਹਨਾਂ ਕੀ ਲਓ ਜਿੰਨੀ ਕੀ ਲੋੜ ਆ। ਵਾਧੂ ਸਮਾਨ ਜਿੰਨਾ ਜ਼ਿਆਦਾ ਖਰੀਦਦੇ ਉਹਨਾਂ ਸਟ੍ਰੈਸ ਆ, ਨਾਲੇ ਪੈਸਾ ਜਾਂਦਾ। ਐਬਸੋਲੂਟਲੀ। ਇੱਕ ਗੱਲ ਮੈਂ ਇਹਦੇ ਜ਼ਰੂਰ ਮੈਂਸ਼ਨ ਕਰਨਾ ਚਾਹਾਂਗੀ ਕਿ ਜਿਹੜੇ ਡਾਕੂਮੈਂਟਸ ਤੇ ਉਹ ਇੱਕੋ ਥਾਂ ਤੇ ਰੱਖਣੇ ਚਾਹੀਦੇ ਆ। ਸੋ ਯੂ ਆਰ ਈਜ਼ੀ, ਜਦੋਂ ਤੁਸੀਂ ਲੈਂਡ ਕਰਦੇ ਹੋ, ਈਜ਼ੀ ਟੂ ਸ਼ੋ ਦੈਮ। ਕਈ ਵਾਰੀ ਅਸੀਂ ਬੈਗਾਂ 'ਚ ਲੱਭਦੇ ਫਿਰਦੇ ਆ। ਸੋ ਇੱਕ ਪਲੇਸ ਤੇ ਆਪਣੀ ਫੈਮਿਲੀ ਦੇ ਨਾਲ ਤੁਸੀਂ ਜਾ ਰਹੇ ਹੋ ਤੇ ਡਾਕੂਮੈਂਟ ਇੱਕੋ ਪਲੇਸ ਤੇ ਰੱਖੋ। ਇਸ ਤੋਂ ਇਲਾਵਾ ਜਿਹੜੀ ਫਸਟ ਐਡ ਕਿਟ ਹੈਗੀ ਹੈ ਉਹ ਬਹੁਤ ਜ਼ਰੂਰੀ ਹੈਗੀ ਹੈ। ਇੰਸ਼ੋਰੈਂਸ ਇਜ਼ ਅਨਦਰ ਵਨ, ਇਜ਼ ਵੈਰੀ ਇੰਪੋਰਟੈਂਟ ਇਫ ਯੂ ਆਰ ਟਰੈਵਲਿੰਗ। ਐਂਡ ਇਸ ਤੋਂ ਇਲਾਵਾ ਮੇਨ ਮੈਡੀਕੇਸ਼ਨ ਦੀ ਵਾਰੀ ਆ ਜਾਂਦੀ ਹੈ। ਜਿੱਥੇ ਵੀ ਤੁਸੀਂ ਜਾਣਾ, ਆਪਣੇ ਐਕਸਟਰਾ ਮੈਡੀਕੇਸ਼ਨ ਜ਼ਰੂਰ ਲੈ ਕੇ ਜਾਓ। ਬਿਕੋਜ਼ ਕਈ ਵਾਰੀ ਅਸੀਂ ਸੋਚਦੇ ਹਾਂ ਵੀ ਅਸੀਂ ਥੋੜੇ ਅਰਸੇ ਲਈ ਜਾ ਰਹੇ ਹਾਂ, 2 ਵੀਕਾਂ ਲਈ ਜਾ ਰਹੇ ਹਾਂ। ਸਮ ਟਾਈਮ ਯੂ ਡੋਨਟ ਨੋ ਯੂ ਕੈਨ ਫੋਲ। ਇੱਕ ਹੋਰ ਮੈਂ ਮੈਂਸ਼ਨ ਕਰਨਾ, ਤੁਹਾਡੇ ਮੈਡੀਸਨ ਤੋਂ ਚਿੱਤਾ ਹੈ, ਜਦੋਂ ਆਪਾਂ ਟਰੈਵਲ ਇੰਸ਼ੋਰੈਂਸ ਲੈਂਦੇ ਉੱਥੇ ਇੱਕ ਕੁਐਸਚਨ ਆਉਂਦਾ, ਵੁੱਡ ਯੂ ਲਾਈਕ ਟੂ ਕਵਰ ਫॉर ਯੂਰ ਮੈਡੀਕਲ ਅਸਿਸਟੈਂਟ। ਉੱਥੇ ਟਿਕ ਜ਼ਰੂਰ ਕਰਨਾ ਜੇ ਤੁਹਾਨੂੰ ਕੋਈ ਰੈਗੂਲਰ ਹੈਲਥ ਇਸ਼ੂ ਹੈਗਾ। ਠੀਕ ਹੈ। ਸੋ ਦਿਸ ਪਤਾ ਲੱਗ ਜਾਂਦਾ ਕਈ ਵਾਰੀ ਮੇਬੀ 8-9 ਪਾਉਂਡ ਐਕਸਟਰਾ ਹੋਊਗਾ, ਐਟਲੀਸਟ ਯੂ ਕਵਰਡ ਫॉर ਯੂਰ ਮੈਡੀਸਿਨਸ ਐਜ਼ ਵੈਲ। ਜਿਹੜੀ ਟਰੈਵਲ ਹੈ ਕਈ ਵਾਰੀ ਸਿਰਫ ਟਰੈਵਲ ਲਈ ਹੀ ਕਵਰ ਹੁੰਦੀ ਹੈ। ਤੁਹਾਡੇ ਫਲਾਈਟ ਜੇ ਕੈਂਸਲ ਹੋ ਗਈ ਆ ਜਾਂ ਕੋਈ ਵੈਰੀ ਗੁੱਡ ਪੁਆਇੰਟ ਹੈ। ਸੋ ਮੇਕ ਸ਼ੋਰ ਯੂ ਐਡ, ਜੇ ਤੁਹਾਨੂੰ ਕੋਈ ਰੈਗੂਲਰ ਮੈਡੀਸਨ ਲੱਗੀ ਹੋ ਆ, ਤੁਹਾਨੂੰ ਕੋਈ ਹੈਲਥ ਕੰਡੀਸ਼ਨ ਹੈਗੀ ਆ, ਤੇ ਉਹਦੇ ਵਿੱਚ ਤੁਸੀਂ ਆਪਣਾ ਮੈਡੀਕਲ ਜਿਹੜੀ ਇੰਸ਼ੋਰੈਂਸ ਵਿੱਚ ਟਰੈਵਲ ਦੇ ਜ਼ਰੂਰ ਐਡ ਕਰਾਓ। ਸੋ ਇਹ ਵੀ ਕਵਰ ਕਰਕੇ ਆਲਵੇਜ਼ ਮੇਕ ਸ਼ੋਰ ਕਿ ਤੁਸੀਂ ਆਪਣੇ ਐਕਸਟਰਾ ਮੈਡੀਕੇਸ਼ਨ ਜ਼ਰੂਰ ਐਟਲੀਸਟ 2 ਵੀਕਾਂ ਲਈ ਜਾ ਰਹੇ ਹੋ ਤੇ 4 ਵੀਕਾਂ ਦੀ ਮੈਡੀਕੇਸ਼ਨ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਸੋ ਡਾਕਟਰ ਨੂੰ ਅਗਰ ਤੁਸੀਂ ਬਿਫੋਰ ਹੈਂਡ ਦੱਸ ਦਿੰਦੇ ਹੋ ਕਿ ਅਸੀਂ ਟਰੈਵਲ ਕਰਨਾ ਐਂਡ ਅਸੀਂ ਇੰਨੇ ਅਰਸੇ ਲਈ ਜਾ ਰਹੇ ਹਾਂ, ਬਟ ਵੀ ਨੀਡ ਐਕਸਟਰਾ ਮੈਡੀਕੇਸ਼ਨ ਜਸਟ ਇਨ ਕੇਸ। ਉਹਨਾਂ ਨੂੰ ਵੀ ਪਤਾ ਹੁੰਦਾ ਵੀ ਯੈਸ, ਕਈ ਵਾਰੀ ਹੁੰਦਾ ਕਿ ਸਰਟਨ ਥਿੰਗਸ ਹੈਪਨ। ਹੁਣ ਕਰੋਨਾ ਵਾਇਰਸ ਦੇ ਟਾਈਮ ਤੇ ਸਰਟਨ ਪੀਪਲ ਸਟਕ ਇਨ ਸਰਟਨ ਪਲੇਸਿਸ ਐਂਡ ਦੇ ਹੈਡ ਐਨੀ ਮੈਡੀਕੇਸ਼ਨ। ਸੋ ਇਸ ਲਈ ਆਪਣੇ ਲਈ ਵੈਲ ਪ੍ਰੀਪੇਅਰਡ ਤੁਸੀਂ ਹੋ ਸਕਦੇ ਹੋ। ਆਪਣੀ ਜਿਹੜੀ ਮੈਡੀਕੇਸ਼ਨ
ਮੈਡੀਕੇਸ਼ਨ ਹੈ ਜਸਟ ਹੈਵ 1 ਮੰਥ ਦੀ ਐਕਸਟਰਾ ਮੈਡੀਕੇਸ਼ਨ ਆਪਣੇ ਨਾਲ ਜ਼ਰੂਰ ਕੈਰੀ ਕਰੋ ਜਿੱਥੇ ਕਿਤੇ ਵੀ ਤੁਸੀਂ ਜਾ ਰਹੇ ਹੋ, ਚਾਹੇ ਬੱਚਿਆਂ ਲਈ ਹੈ, ਤੁਹਾਡੇ ਲਈ ਹੈ, ਜਾਂ ਕੋਈ ਬਜ਼ੁਰਗ ਤੁਹਾਡੇ ਨਾਲ ਜਾ ਰਿਹਾ ਹੈ ਤੇ ਉਹਦੇ ਲਈ ਵੀ ਜ਼ਰੂਰੀ ਬਣ ਜਾਂਦਾ ਹੈ। ਬਾਕੀ ਇੰਡੀਆ ਤੇ ਇੱਕ ਤਾਂ ਆਪਾਂ ਜਿਹੜੇ ਪੰਜਾਬ 'ਚ ਜਾਂ ਪਾਕਿਸਤਾਨ 'ਚ ਆਪਾਂ ਫੈਮਿਲੀਜ਼ ਨੂੰ ਮਿਲ ਜਾਂਦੇ ਹਾਂ, ਉਹ ਟੋਟਲੀ ਡਿਫਰੈਂਟ ਸਟੋਰੀ ਹੋ ਜਾਂਦੀ ਹੈ। ਕਾਫੀ ਏਸ਼ੀਅਨ ਹੈਗੇ, ਆਪਾਂ ਇੰਡੀਆ ਹੌਲੀਡੇ ਜਾਂਦੇ ਆ, ਕੇਰਲਾ ਹੋ ਗਿਆ, ਸਾਊਥ ਇੰਡੀਆ ਹੋ ਗਿਆ। ਹਾਂਜੀ, ਉੱਥੇ ਜਦੋਂ ਤੁਸੀਂ ਜਾਂਦੇ ਆ, ਇੱਕ ਤਾਂ ਜਦੋਂ ਤੁਹਾਡੇ ਕੋਲ ਬੂਸਟਰ ਹੈਗਾ, ਤੁਹਾਡੇ ਕੋਲ ਫੁੱਲ ਔਨ ਸਰਟੀਫਿਕੇਟ ਹੈਗਾ ਆ ਫॉर द ਵੈਕਸੀਨੇਸ਼ਨ ਕਿ ਤੁਹਾਨੂੰ ਕੁਛ ਚੀਜ਼ ਨਹੀਂ ਚਾਹੀਦੀ, ਤੁਹਾਨੂੰ PCR ਟੈਸਟ ਨਹੀਂ ਚਾਹੀਦਾ। ਬਟ ਕਿਤੇ ਵੀ ਹੁਣ ਮੈਂ ਟਰਕੀ ਤੋਂ ਵਾਪਸ ਆਈ ਹਾਂ, ਸੋ ਦੇ ਹੈਵ ਸਪੌਟ ਚੈੱਕ ਸਾਰੇ ਪਾਸੇ ਕਰਦੇ ਆ। ਦੇ ਇਫ ਦੇ ਫੈਲ ਲਾਈਕ ਯੂ ਸਨੀਜ਼ਿੰਗ, ਤੁਹਾਨੂੰ ਥੋੜਾ ਹੇਅਰ ਫੀਵਰ ਹੋ ਗਿਆ, ਦੇ ਵਿਲ ਸਪੌਟ ਚੈੱਕ ਯੂ ਦੇयर ਐਂਡ ਦੈਨ ਦੇ ਵਿਲ ਡੂ ਯੂ PCR ਟੈਸਟ ਔਨ ਦੀ 에ਅਰਪੋਰਟ। ਸਾਰੇ ਦੇ ਕੈਨ ਡੂ ਇਟ ਐਨੀਵੇ, ਯੂ ਕੈਨ ਨਾਟ ਰਿਫਿਊਜ਼ ਦੈਮ। ਸੋ ਇੱਕ ਲਿਟਲ ਫਲੋ ਟੈਸਟ ਹੁੰਦੇ ਆ ਘਰੇ, ਆਪਾਂ ਨੂੰ ਸਾਰਿਆਂ ਨੂੰ ਮਿਲ ਜਾਂਦੇ ਆ, ਕਿੱਟ ਰੱਖੋ ਘਰੇ। ਜਦੋਂ ਕਿਤੇ ਹੌਲੀਡੇ ਜਾਣਾ, ਡੂ ਯੂ ਓਨ ਟੈਸਟ ਬਿਫੋਰ ਯੂ ਲੀਵ ਫॉर ਦੀ 에ਅਰਪੋਰਟ। ਇਹ ਜਸ ਐਟਲੀਸਟ ਯੂ ਪ੍ਰੋਟੈਕਟਿੰਗ ਐਵਰੀਵਨ ਐਲਸ। ਆਪਾਂ ਹਾਈਡ ਨਹੀਂ ਕਰਨਾ। ਜੇ ਤੁਸੀਂ ਨਹੀਂ ਠੀਕ ਹੈਗੇ, ਜੇ ਟਰੈਵਲ ਇੰਸ਼ੋਰੈਂਸ ਹੈਗੀ ਆ ਤੁਹਾਡੇ ਕੋਲ ਤੇ ਮੈਡੀਕਲ ਇੰਸ਼ੋਰੈਂਸ ਹੈਗੀ ਹੈ, ਤੁਹਾਨੂੰ ਲੱਗਦਾ ਕਿ ਮੈਂ ਪੋਜ਼ੀਟਿਵ ਹਾਂ, ਤੁਸੀਂ ਪ੍ਰੂਫ ਦੇ ਦਿਓ, ਤੁਹਾਡੀ ਇੰਸ਼ੋਰੈਂਸ ਉਹ ਹੌਲੀਡੇ ਤੁਹਾਡੇ ਕਵਰ ਕਰਦੀ, ਤੁਸੀਂ ਉਹਨੂੰ ਡਿਲੇ ਕਰ ਸਕਦੇ ਹੋ ਹੌਲੀਡੇ ਨੂੰ। ਸੋ ਟਰੂ ਹੈ, ਠੀਕ ਹੈ ਨਾ। ਆਪਾਂ ਬਾਕੀਆਂ ਦੀ ਲਾਈਫ ਰਿਸਕ ਵਿੱਚ ਨਹੀਂ ਪਾਉਣੀ। ਜੇ ਤੁਹਾਡੇ ਕੋਲ ਤੁਸੀਂ ਫੁੱਲੀ ਬੂਸਟਡ ਆ, ਫੁੱਲੀ ਪ੍ਰੋਟੈਕਟਡ ਆ, ਸ਼ੀਲਡਡ ਹੈਗੇ ਆ, ਫਿਰ ਵੀ ਤੁਸੀਂ ਕੈਚ ਕਰ ਸਕਦੇ ਆ ਵਾਇਰਸ। ਹੁਣ ਇੱਕ ਹੋਰ ਵਾਇਰਸ ਆਇਆ ਹੋਇਆ monkey, so it's a monkey virus, monkeypox virus. So that's really protect yourself, protect the others. ਕਰ ਭਲਾ ਹੋ ਭਲਾ ਅੰਤ ਭਲੇ ਦਾ। yes, so true. See, I said dialogue. And another things before ਹੋਰ ਥੋੜਾ ਜਿਹਾ ਭਲਾ ਕਰ ਦਈਏ, ਜਿਹੜੇ ਟਰੈਵਲ ਵੈਕਸੀਨ ਹੁੰਦੇ ਆ ਉਹ ਵੀ ਬਹੁਤ ਜ਼ਰੂਰੀ ਹੁੰਦੇ ਆ, ਬਿਕੋਜ਼ ਹਰੇਕ ਕੰਟਰੀ ਦੇ ਵਿੱਚ ਜਿਹੜਾ ਕਈਆਂ ਨੂੰ ਮਲੇਰੀਆ ਉਸ ਟਾਈਮ ਤੇ ਫੈਲਿਆ ਹੁੰਦਾ ਹੈ, ਕਈ ਵਾਰੀ ਸਰਟਨ ਡੈਂਗੂ ਹੁੰਦਾ, ਸਰਟਨ ਟਾਈਮ ਤੇ ਸਰਟਨ ਚੀਜ਼ਾਂ ਹਰੇਕ ਕੰਟਰੀ 'ਚ ਕੁਛ ਨਾ ਕੁਛ ਐਜ਼ ਅ ਡਿਜ਼ੀਜ਼ ਸਮਰ ਦੇ ਵਿੱਚ ਹੋ ਜਾਂਦੀ ਹੈ। ਫੂਡ ਪੋਇਜ਼ਨਿੰਗ ਵੈਰੀ ਹਾਈਲੀ at the top in summer. Yeah, so ਉਸੇ ਹਿਸਾਬ ਦੇ ਨਾਲ ਜਿਹੜੇ ਇਮਿਊਨਾਈਜੇਸ਼ਨ ਹੈਗੇ ਤੁਹਾਡੇ ਡਾਕਟਰ ਦੇ ਕੋਲ ਤੁਸੀਂ ਦੱਸ ਸਕਦੇ ਹੋ ਵੀ ਅਸੀਂ ਟਰੈਵਲ ਇਸ ਕੰਟਰੀ ਜਾਣਾ, ਤੇ ਉਸ ਕੰਟਰੀ ਦੇ ਹਿਸਾਬ ਦੇ ਨਾਲ ਉਹ ਤੁਹਾਨੂੰ ਇਮਿਊਨਾਈਜੇਸ਼ਨ ਜਿਹੜੀ ਹੈਗੀ ਹੈ ਵੈਕਸੀਨ ਤੁਹਾਨੂੰ ਲਗਾ ਦੇਣਾ ਤਾਂ ਕਿ ਤੁਸੀਂ ਉੱਥੇ ਜਾਓ ਤੇ ਪ੍ਰੋਟੈਕਟ ਹੋ। ਬਿਕੋਜ਼ ਸਰਟਨ ਟਾਈਮ ਲੋਟਸ ਆਫ ਕੇਸਿਸ ਹੁੰਦੇ ਆ, ਅਸੀਂ ਸੋਚਦੇ ਆ ਵੀ ਅਵੋਇਡ ਕਰ ਦਿੰਦੇ ਆ, ਵੀ ਡੋਂਟ ਨੀਡ ਇਟ। ਇਟਸ ਵੈਰੀ ਵੈਰੀ ਇੰਪੋਰਟੈਂਟ ਫॉर योर ओन प्रोटेक्शन, फॉर योर फैमिली प्रोटेक्शन। ਬਾਕੀ ਜਿਹੜੀ ਫਲਾਈਟ ਚੋਂ ਨਹੀਂ ਟਰੈਵਲ ਕਰਕੇ ਵਾਪਸ ਆਣਾ ਜਾਣਾ, ਉਹ ਫਲਾਈਟ ਦੀ ਪ੍ਰੋਟੈਕਸ਼ਨ ਹੁੰਦੀ ਹੈ ਉਹਦੇ ਨਾਲ। ਹਾਂਜੀ, ਸਾਰਿਆਂ ਦੀ ਜਿੱਦਾਂ ਕਰ ਭਲਾ ਹੋ ਭਲਾ ਅੰਤ ਭਲੇ ਕਾ ਭਲਾ। ਸੋ ਇਹ ਭਲਾ ਕਰਨ ਤੋਂ ਪਹਿਲਾਂ, ਕਿੱਥੇ ਜਾਣ ਤੋਂ ਪਹਿਲਾਂ ਇਹ ਵੀ ਜ਼ਰੂਰੀ ਹੁੰਦਾ ਹੈ ਕਿ ਜਿਹੜਾ ਸਾਡਾ ਘਰ ਹੈ ਉਹ ਵੀ ਸੁਰੱਖਿਅਤ ਹੋਏ, ਵੀ ਲਿਵਿੰਗ ਫॉर ਅ ਲੌਂਗ ਪੀਰੀਅਡ। ਕਈ 2 ਵੀਕਾਂ ਲਈ ਜਾਂਦੇ ਆ, ਕਈ ਮਹੀਨੇ ਲਈ ਜਾਂਦੇ ਆ, ਕਈ ਗੋ ਫॉर 6 ਵੀਕਸ ਹੌਲੀਡੇਜ਼, ਕੀ ਬੱਚਿਆਂ ਦੇ ਸਾਰੇ ਹੌਲੀਡੇਜ਼ ਅਸੀਂ ਬਾਹਰ ਹੀ ਮਨਾ ਕੇ ਆਈਏ। ਸੋ ਉਸ ਦੇ ਵਿੱਚ ਕਈ ਗੱਲਾਂ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ। ਇੱਕ ਜਦੋਂ ਵੀ ਕਿਤੇ ਵੀ ਜਾਣਾ ਆ, ਕਾਫੀ ਮੈਂ ਦੇਖਿਆ ਆਪਾਂ 에ਅਰਪੋਰਟ ਤੋਂ ਹਮੇਸ਼ਾ ਸੋਸ਼ਲ ਮੀਡੀਆ ਤੇ ਪਾਉਣਾ ਹੁੰਦਾ ਕਿ ਮੈਂ ਇਸ 에ਅਰਪੋਰਟ ਤੇ ਆ। ਬਹੁਤ ਜ਼ਿਆਦਾ ਡੇਂਜਰਸ ਆ ਉਹ, ਸਪੈਸ਼ਲੀ ਫॉर ਯੋਰ ਲੋਕਲ ਪੀਪਲ, ਨੋ ਵੇ ਯੂ ਲਿਵ। ਪਤਾ ਨਹੀਂ ਹੁੰਦਾ ਕਿੱਥੇ ਕੌਣ ਬੈਠਾ ਹੈ, ਕਿੱਥੇ ਚੋਰੀ ਕਰਨ ਬੈਠਾ। ਸੋ ਉਹ ਵੀ ਪਹਿਲਾਂ ਹੌਲੀਡੇ ਆਪਣਾ ਇੰਜੋਏ ਕਰੋ, ਜਾਓ, ਪੂਰਾ ਟਾਈਮ ਲਾਓ, ਵਾਪਸ ਆ ਕੇ ਫਿਰ ਆਪਣੇ ਆਪ ਪਿਕਚਰ ਸ਼ੇਅਰ ਕਰੋ। ਵੈਰੀ ਇੰਪੋਰਟੈਂਟ। ਐਂਡ ਮੇਕ ਸ਼ੋਰ ਜਦੋਂ ਤੁਹਾਡੀ ਜਿਹੜੀ ਘਰ ਜੇ ਤੇ ਘਰੇ ਪਿੱਛੇ ਕੋਈ ਹੈਗਾ, ਦੈਟਸ ਫਾਈਨ, ਗੋ ਫॉर ਇਟ। ਜੇ ਲੱਗਦਾ ਕਿ ਘਰ ਮੈਂ ਖਾਲੀ ਛੱਡਿਆ, ਅਸੀਂ ਸਾਰੇ ਹੀ ਹੁਣ ਪਿਕਚਰਸ ਆ ਰਹੇ ਆ, ਤੇ ਜਿਹੜੇ ਜੋ ਰੋਬਰਸ ਆ ਉਹਨਾਂ ਨੂੰ ਤਾਂ ਕਹਿਣਾ ਸਾਰਾ ਟੱਬਰ ਹੀ ਬਾਹਰ ਆ ਜੀ, ਘਰ ਖਾਲੀ, ਟੀਵੀ, ਫ੍ਰਿਜ। ਇਹ ਸਿਰਫ ਸੋਨਾ ਹੀ ਨਹੀਂ ਚੋਰੀ ਕਰਦੇ, ਪਾਸਪੋਰਟ ਹੀ ਨਹੀਂ ਚੋਰੀ ਕਰਦੇ, ਤੇ ਕਿ ਫ੍ਰਿਜ, ਟੀਵੀ, ਫਰਨੀਚਰ ਸਾਰਾ ਕੁਝ ਲੈ ਜਾਂਦੇ ਆ। They would take the whole window out. You name it, food is well. You name it, food is well. So food is well, don't make ਫ੍ਰਿਜ ਵਗੈਰਾ ਤੁਸੀਂ ਆਪਣੇ ਬੰਦ ਕਰਕੇ ਜਾ ਸਕਦੇ ਹੋ। ਮੇਨਲੀ ਜਿਹੜਾ ਪਾਣੀ ਦੀ ਟੈਪ ਦਾ ਮੇਨ ਸਵਿਚ ਹੁੰਦਾ ਉਹ ਵੀ ਤੁਸੀਂ ਆਫ ਕਰ ਸਕਦੇ ਹੋ, ਜਸਟ ਇਨ ਕੇਸ ਇਫ ਦੇयर ਇਜ਼ ਐਨੀ ਲੀਕੇਜ ਹੈਪਨ, ਤੁਹਾਡਾ ਮੇਨ ਪਾਣੀ ਦਾ ਜਿਹੜਾ ਹੈਗਾ ਉਹ ਆਫ ਹੈਗਾ, ਬਿਕੋਜ਼ ਯੂ ਡੋਨਟ ਨੋ ਵਾਟ ਕੈਨ ਹੈਪਨ। ਸੋ ਵਾਟ ਮਾਈ ਹਾਊਸ, ਮੈਂ ਹਜੇ ਘਰ ਚ ਮੂਵ ਨਹੀਂ ਹੋਈ ਸੀ ਤੇ ਸਕ੍ਰੈਪ ਮੈਟਲ ਨਹੀਂ, ਦੇ ਬ੍ਰੇਕ ਇਨਟੂ ਮਾਈ ਹਾਊਸ, they tried to nick the copper pipes. Oh my they God. cut the pipe and the water got leaked everywhere, was flood everywhere after 3 days or so. The house, make sure you all I'm saying is not that they nick everything. So ਪਾਣੀ ਦਾ ਜ਼ਰੂਰ ਕਹਿੰਦੇ ਵੀ ਆਫ ਕਰਕੇ ਜਾਣਾ ਚਾਹੀਦਾ ਹੈਗਾ, ਐਂਡ ਇਲੈਕਟ੍ਰਿਸਿਟੀ ਵਗੈਰਾ। ਇੱਕ ਲਾਈਟ ਤੁਸੀਂ ਔਨ ਰੱਖ ਸਕਦੇ ਹੋ। ਸਮਟਾਈਮਸ ਸਮ ਪੀਪਲ ਲੀਵ ਦ ਰੇਡੀਓ ਔਨ ਥੋੜੇ ਚਿਰ ਲਈ, ਸਰਟਨ ਟਾਈਮ ਤੁਸੀਂ ਉਹਨਾਂ ਦਾ ਟਾਈਮਿੰਗ ਸੈੱਟ ਕਰਕੇ ਵੀ ਇੰਨੇ ਟਾਈਮ ਤੇ ਲਾਈਟ ਔਨ ਕਰਨੀ ਹੈ। ਸਪੈਸ਼ਲੀ ਵਿੰਟਰ ਵਿੱਚ, ਜਦੋਂ ਵਿੰਟਰ 'ਚ ਆਪਾਂ ਹੌਲੀਡੇ ਜਾਂਦੇ, ਜਿਹੜਾ ਬੋਇਲਰ ਸੇ ਆਮ ਹੀ ਬ੍ਰੇਕ ਹੋ ਜਾਂਦੇ, ਆਪਾਂ 2 ਮਹੀਨੇ ਬਾਹਰ ਗਏ ਤਾਂ ਬੋਇਲਰ ਨਹੀਂ ਚੱਲੂਗਾ। ਬੋਇਲਰ ਐਗਜ਼ੈਕਟਲੀ ਲਾਈਕ ਯੋਰ ਕਾਰ ਇੰਜਨ, ਜਦੋਂ ਕਾਰ ਦੀ ਬੈਟਰੀ ਫਲੈਟ ਹੋ ਜਾਂਦੀ ਹੈ, ਬੋਇਲਰ ਦੇ ਪਾਇਲਟਸ ਵੀ ਫਲੈਟ ਹੋ ਜਾਂਦੇ ਆ। ਸੋ ਟਾਈਮਿੰਗ ਤੇ ਲਾ ਦਿਓ, ਥੋੜਾ ਚਿਰ ਚੱਲੇ ਬੰਦ ਹੋ ਜਾਵੇ, ਮੇਕ ਸ਼ੋਰ ਕੈਰੀ ਔਨ ਯੂਜ਼ਿੰਗ ਇਟ। ਚਲੋ ਇਹ ਤਾਂ ਮੈਂ ਵੀ ਸਿੱਖ ਲਿਆ ਤੁਹਾਡੇ ਕੋਲ ਵੀ। ਵਿੰਟਰ ਵਿੱਚ ਆਪਣੀ ਹੀਟਿੰਗ ਥੋੜੀ ਜਿਹੀ ਚੱਲਦੀ ਛੱਡ ਦੇਣੀ ਚਾਹੀਦੀ ਹੈ, ਜਿੱਦਾਂ ਟਾਈਮਰ ਤੇ ਲਾ ਦਿਓ।
ਚਲੋ ਸਮਰ ਦੇ ਵਿੱਚ ਤੇ ਲੋੜ ਨਹੀਂ ਹੈ, ਸਮਰ ਚ ਤੋਂ ਠੀਕ ਆ, ਲੋੜ ਨਹੀਂ। ਸਮਰ ਇਜ਼ ਬੈਟਰ। ਸੋ ਗਾਰਡਨ ਵਗੈਰਾ ਜਿਹੜੇ ਟੂਲਸ ਵਗੈਰਾ ਹੋ ਗਏ ਉਹ ਤੁਸੀਂ ਆਪਣੇ ਸੇਫਲੀ ਸਾਰੇ ਪੈਕ ਕਰਕੇ, ਜੇਕਰ ਤੁਹਾਡੇ ਕੋਲ ਸ਼ੈਡ ਹੈ ਉਹਦੇ ਵਿੱਚ ਰੱਖਣੇ ਚਾਹੀਦੇ ਆ, ਸੋ देयर इजंट एनीथिंग ਕਿ ਬਾਹਰ ਪਿਆ ਹੋਏ, ਐਂਡ ਸਮ ਪੀਪਲ ਕੈਨ ਬ੍ਰੇਕ ਵਿਦ दैट ਇਜ਼ ਵੈਲ। ਐਂਡ ਜਿਹੜੀ ਡੋਰਸ ਵਗੈਰਾ ਉਹ ਪ੍ਰੋਟੈਕਟ ਕਰਕੇ, ਵਿੰਡੋਜ਼ ਜਿਹੜੀਆਂ ਸਾਰੀਆਂ ਮੇਕ ਸ਼ੋਰ ਯੂ ਕਲੋਜ਼ ਦ ਵਿੰਡੋਜ਼ ਬਿਫੋਰ ਯੂ ਲੀਵਿੰਗ। ਸੋ ਆਪਣੇ ਪੁਆਇੰਟਸ ਬਣਾ ਲਓ ਵੀ ਜਦੋਂ ਅਸੀਂ ਘਰ ਲੀਵ ਕਰਨਾ ਇਹ ਚੀਜ਼ਾਂ ਅਸੀਂ ਚੈੱਕ ਕਰਨੀਆਂ ਹੈਗੀਆਂ, ਦੈਨ ਯੂ ਵਿਲ ਨੋ, ਬਿਕੋਜ਼ ਲਾਸਟ ਮਿੰਟ ਤੇ ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ, ਅਸੀਂ ਬੈਗ ਛੇਤੀ ਨਾਲ ਰੱਖਦੇ ਹਾਂ ਆਪਣੀ ਗੱਡੀ 'ਚ, ਐਂਡ ਵੀ ਫੋਰਗਟ ਕਿ ਅਸੀਂ ਵਿੰਡੋ ਖੁੱਲੀ ਰਹਿਣ ਦਿੱਤੀ ਹੈ, ਬੈਕ ਡੋਰ ਖੁੱਲੀ ਰਹੀ ਗੱਲ ਹੈ। ਹੈ। ਕਾਫੀ ਹੁਣ ਹੌਲੀਡੇਜ਼ ਕਹਿੰਦੇ ਬਹੁਤ ਐਕਸਪੈਂਸਿਵ ਹੈ, ਜਿਹਨਾਂ ਕੋਲ ਹੁਣ ਹੌਲੀਡੇ ਨਹੀਂ ਐਕਸਪੈਂਸਿਸ ਲੈ ਸਕਦੇ, ਉਹ ਹੌਲੀਡੇ ਪੀਕ ਆਫ ਪੀਰੀਅਡ ਹੋ ਗਿਆ, ਜਿੱਦਾਂ ਹੁਣ ਸੈਪਟੈਂਬਰ ਹੋ ਗਿਆ, ਮਈ ਜੂਨ ਸੈਪਟੈਂਬਰ, ਇਹਨਾਂ 'ਚ ਹੌਲੀਡੇ ਸਸਤੇ ਹੁੰਦੇ ਆ। ਜਿਹੜਾ ਫਰਾਈਡੇ ਦੀ ਬਜਾਏ ਵੀਕ ਡੇਜ਼ ਦੀ ਫਲਾਈਟ ਲੈ ਲਈ ਉਹ ਸਸਤਾ ਪੈਂਦਾ ਆ ਹੌਲੀਡੇ ਪੈਕੇਜ। ਆਫਟਰਨੂਨ ਦੀ ਫਲਾਈਟ ਦੀ ਬਜਾਏ ਲੇਟ ਨਾਈਟ ਫਲਾਈਟ ਲੈ ਲਈ, ਅਰਲੀ ਮੋਰਨਿੰਗ ਫਲਾਈਟਸ ਲੈ ਲਈਆਂ, ਤੁਹਾਨੂੰ ਹੌਲੀਡੇ ਦੇ ਪਿੱਛੇ 400-500 ਪਾਉਂਡ ਦਾ ਫਰਕ ਪੈ ਜਾਂਦਾ। ਸੋ ਯੂ ਕੈਨ ਆਫ ਪੀਕ ਹੌਲੀਡੇਜ਼ ਉਹਨਾਂ ਨੂੰ ਕਹਿੰਦੇ ਆ, ਸਰਚ ਕਰ ਸਕਦੇ ਆ ਆਫ ਪੀਕ ਹੌਲੀਡੇ ਪੈਕੇਜ। ਸੋ ਜਿਨ੍ਹਾਂ ਦੇ ਬੱਚੇ ਨਹੀਂ, ਆਈ ਥਿੰਕ ਇਟਸ ਗ੍ਰੇਟ ਡੀਲ ਫॉर them, ਜਿੱਦਾਂ ਬੱਚਿਆਂ ਦੇ ਨਾਲ ਕਈਆਂ ਨੇ ਜਾਣਾ ਹੁੰਦਾ ਉਹ ਸਮਰ ਟਾਈਮ ਤੇ ਤੁਹਾਨੂੰ ਪਤਾ ਵੀ ਬੱਚਿਆਂ ਦੇ ਨਾਲ ਬਹੁਤ ਵੀ ਤੁਸੀਂ ਅਰਲੀ ਮਾਰਨਿੰਗ ਫਲਾਈਟ ਜੇ ਲੈ ਸਕਦੇ ਆ, ਯੂ ਵਿਲ ਸੇਵ ਲੋਟ ਮਨੀ। ਸੋ ਅਰਲੀ ਫਲਾਈਟ ਇਜ਼ ਬੈਟਰ ਫॉर ਉਹ ਲੇਟ ਈਵਨਿੰਗ ਲੇਟ ਫਲਾਈਟਸ ਕਾਫੀ ਸਸਤੀਆਂ ਹੁੰਦੀਆਂ। ਐਂਡ ਅਗਰ ਤੁਸੀਂ ਚਾਹੋ ਤੇ ਸਮਰ ਦੀ ਜਗ੍ਹਾ ਜਿੱਦਾਂ ਨਿੱਕੀ ਨੇ ਦੱਸਿਆ, ਅਗਰ ਨਿਆਣਿਆਂ ਨੂੰ ਨਹੀਂ ਲਿਜਾਣਾ, ਇਫ ਯੂ ਹੈਵ ਗੋਟ ਕਿਡਸ, ਅਗਰ ਤੁਸੀਂ ਆਪ ਜਾਣਾ ਹੈਗਾ ਤੇ ਇਟਸ ਬੈਸਟ ਟੂ ਗੋ ਔਨ ਦ ਟਾਈਮਿੰਗ ਵੈਨ ਇਜ਼ ਇਨ ਸੈਪਟੈਂਬਰ ਟਾਈਮ। ਸੋ ਦੋਸਤੋ, ਸਾਡਾ ਅੱਜ ਦਾ ਹਾਲ ਟਾਕ ਸ਼ੋ ਇੱਥੇ ਸਮਾਪਤ ਹੁੰਦਾ ਹੈ। ਥੈਂਕ ਯੂ ਸੋ much Nikki for coming. Any message, quick message before you leave? quick message ਹੈ, ਖੁਸ਼ ਰਹੋ, ਬਾਕੀਆਂ ਨੂੰ ਵੀ ਖੁਸ਼ ਰੱਖੋ, ਆਪਣਾ ਖਿਆਲ ਰੱਖੋ, ਸਕਿਨ ਨੂੰ ਪ੍ਰੋਟੈਕਟ ਕਰਕੇ ਰੱਖਿਓ ਤੇ ਬੀ ਬਿਊਟੀਫੁਲ। ਆਪਾਂ ਤੁਹਾਨੂੰ ਫਿਰ ਮਿਲਦੇ ਹਾਂ। ਹੈਪੀ ਹੌਲੀਡੇਜ਼। ਹੈਪੀ ਹੌਲੀਡੇਜ਼। ਸੋ ਦੋਸਤੋ, ਇਹਦੇ ਨਾਲ ਹੀ ਸਾਡਾ ਸਮਾਪਤ ਹੁੰਦਾ ਅੱਜ ਦਾ ਹਾਲ ਟਾਕ ਸ਼ੋ। ਮਿਲਾਂਗੇ ਨੈਕਸਟ ਵੀਕ ਕਿਸੇ ਹੋਰ ਗੈਸਟ ਦੇ ਨਾਲ। ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ। ਜੈ ਗੁਰਦੇਵ।